ਤੁਸੀਂ ਦੇਖੋ ਹਰ ਵਾਅਦਾ ਸੁਣ ਕੇ ਹੱਸਣ ਲੱਗ ਜਾਂਦੇ ਹੋ ਤੇ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਸ਼ਾਇਦ ਕੁਝ ਗੜਬੜ ਹੈ। ਸੋ ਇਹ ਫੇਰ ਤੁਸੀਂ ਹੱਸਣ ਲੱਗ ਗਏ। ਚਲੋ ਚੀਜ਼ਾਂ ਹੀ ਮੇਰੇ ਤੋਂ ਪੁੱਛ ਰਹੇ ਹੋ। ਆਇਆ ਕੋਈ ਨਿਊਰੋ ਸਰਜਨ ਜੋ ਕਿ ਆਇਆ ਹੀ ਨਹੀਂ ਤਾਂ ਉਹ ਕੀ ਕਰੇ ਜੇ ਉਹਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ, ਵਿਹਲਾ ਬੈਠਣ ਤੇ ਕੋਈ ਆਇਆ ਨਹੀਂ। ਬਿਲਕੁਲ, ਅਸੀਂ ਵੀ ਪਿੱਛੇ ਰਿਪੋਰਟ ਕੱਢੀ ਸੀ, ਹੈਰਾਨ ਰਹਿ ਗਏ ਸੀ ਕਿ ਪੰਜਾਬ ਦੇ ਵਿੱਚ ਕਈ ਬਿਮਾਰੀਆਂ ਦੇ ਤਾਂ ਸਪੈਸ਼ਲਿਸਟ ਹੀ ਹੈ ਨਹੀਂ। ਵਾਕਈ ਹਾਲ ਬਹੁਤ ਮਾੜਾ ਜੀ। ਬਾਕੀ ਜਿਹੜੇ ਹਸਪਤਾਲਾਂ ਦੇ ਜਿਹੜੇ ਹਾਲਾਤ ਕੀ ਨੇ ਉਹ ਤੁਸੀਂ ਹਰ ਜ਼ਿਲ੍ਹੇ ਦੇ ਜਿਹੜੇ ਸਾਡੇ ਦਰਸ਼ਕ ਨੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ। ਦੇਖੋ ਨਾ, ਰੋਏ ਜਦ ਤੱਕ ਬੱਚਾ ਨਾ ਮਾਂ ਵੀ ਦੁੱਧ ਨਹੀਂ ਪਿਆਉਂਦੀ। ਸੋ ਜੇ ਅਸੀਂ ਇਹ ਮੁੱਦੇ ਹੀ ਨਹੀਂ ਚੁੱਕਣੇ ਤਾਂ ਫਿਰ ਕੌਣ। ਔਰ ਡਾਕਟਰ ਸਾਹਿਬ ਇਹ ਵੀ ਬੜੀ ਤਰਾਸਦੀ ਹੈ ਸਾਡੀ ਕਿ ਅਸੀਂ ਮੈਨੀਫੈਸਟੋ ਨੂੰ ਪੜ੍ਹਦੇ ਤੱਕ ਨਹੀਂ ਹੈਗੇ। ਹੁਣ ਸਾਨੂੰ ਬੜੇ ਦਰਸ਼ਕਾਂ ਦੇ ਫੋਨ ਆਉਂਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਵਾਅਦੇ ਕੀਤੇ ਹੋਏ ਨੇ। ਮੈਨੂੰ ਲੱਗਦਾ ਵੀ ਦੁਨੀਆ ਦੇ ਵਿੱਚ ਇੱਕੋ ਇੱਕ ਚੀਜ਼ ਇਹੋ ਜਿਹੀ ਹੈ ਜਿੱਥੇ ਤੁਸੀਂ ਰੇਟ ਨਹੀਂ ਕੱਟ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ। ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਚੋਣਾਂ ਨੂੰ ਲੈ ਕੇ ਖਾਸ ਪ੍ਰੋਗਰਾਮ ਸਰਕਾਰੀ ਵਾਅਦੇ ਕਿੰਨੇ ਪੂਰੇ ਕਿੰਨੇ ਅਧੂਰੇ। ਅੱਜ ਅਸੀਂ ਅਗਲਾ ਐਪੀਸੋਡ ਲੈ ਕੇ ਤੁਹਾਡੇ ਨਾਲ ਜੁੜੇ ਹਾਂ ਤੇ ਗੱਲ ਕਰਾਂਗੇ ਸਿਹਤ ਵਾਅਦਿਆਂ ਦੀ। ਕਾਂਗਰਸ ਸਰਕਾਰ ਸੀ, ਕਾਂਗਰਸ ਪਾਰਟੀ ਸੀ ਜਿਹੜੀ ਉਹਨੇ 2017 ਦੇ ਵਿੱਚ ਤੁਹਾਡੇ ਨਾਲ ਸਿਹਤ ਨੂੰ ਲੈ ਕੇ ਕਿਹੜੇ-ਕਿਹੜੇ ਵਾਅਦੇ ਕੀਤੇ ਸੀ ਪੰਜਾਬੀਆਂ ਦੇ ਨਾਲ ਤੇ ਉਹ ਵਾਅਦੇ ਕਿੰਨੇ ਪੂਰੇ ਹੋਏ ਨੇ ਕਿੰਨੇ ਅਧੂਰੇ ਹੋਏ ਨੇ, ਸਾਰੀ ਅੱਜ ਆਪਾਂ ਚਰਚਾ ਕਰਾਂਗੇ, ਸਾਰੀ ਜਾਂਚ ਪੜਤਾਲ ਕਰਾਂਗੇ। ਤੇ ਸਾਡੇ ਨਾਲ ਇਹਨਾਂ ਵਾਅਦਿਆਂ ਦੇ ਉੱਤੇ ਸਾਰੇ ਜਿਹੜੇ ਸਹੀ ਜਵਾਬ ਦੇਣ ਲਈ ਡਾਕਟਰ ਹਰਸ਼ਿੰਦਰ ਕੌਰ ਜੁੜ ਚੁੱਕੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਤੇ ਹਮੇਸ਼ਾ ਵਾਂਗ ਮੈਂ ਪਹਿਲਾਂ ਵੀ ਜਿਵੇਂ ਗੱਲ ਕੀਤੀ ਸੀ ਕਿ ਇਹ ਵੇੜਾ ਹੈ ਹੀ ਬੜਾ ਭਾਗਾਂ ਭਰਿਆ ਤੇ ਹਰ ਕਿਸੇ ਨੂੰ ਅਸੀਂ ਦੁਆ ਕਰਦੇ ਹਾਂ ਕਿ ਇੱਥੇ ਕਦੇ ਨਾ ਕਦੇ ਆਉਣ ਦਾ ਮੌਕਾ ਜ਼ਰੂਰ ਮਿਲੇ ਤੇ ਆ ਕੇ ਵੇਖੋ ਕਿ ਕਿੰਨੀ ਮਿਹਨਤ ਨਾਲ ਇੱਥੇ ਕੰਮ ਕੀਤਾ ਜਾ ਰਿਹਾ ਹੈ। ਜੀ ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਸੋ ਅੱਜ ਆਪਾਂ 2017 ਦੇ ਚੋਣ ਵਾਅਦੇ ਚੱਕਦੇ ਹਾਂ ਤੇ ਇਹ ਵੀ ਪਹਿਲਾਂ ਮੈਂ ਦੱਸਦਾ ਸੀ, ਸਾਡੇ ਕੁਝ ਦਰਸ਼ਕ ਕਹਿੰਦੇ ਨੇ ਕਿ ਤੁਸੀਂ ਕਾਂਗਰਸ ਦੇ ਹੀ ਮੈਨੀਫੈਸਟੋ ਦੀ ਗੱਲ ਕਿਉਂ ਕਰਦੇ ਹੋ। ਟੈਕਨੀਕਲੀ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੀ ਸਰਕਾਰ ਤੁਸੀਂ ਸਾਰਿਆਂ ਨੇ ਬਣਾਈ ਹੈ, ਜਿਹੜੀ ਜ਼ਿਆਦਾ ਸਹਿਯੋਗ ਤੁਸੀਂ ਕਾਂਗਰਸ ਨੂੰ ਦਿੱਤਾ, ਇਸ ਕਰਕੇ ਮੈਨੀਫੈਸਟੋ ਜੇ ਪੂਰਾ ਹੋਣਾ ਹੈ, ਵਾਅਦੇ ਪੂਰੇ ਹੋਣੇ ਤਾਂ ਕਾਂਗਰਸ ਦੇ ਹੀ ਹੋਣੇ ਸੀ। ਜਿਹਦੀ ਸਰਕਾਰ ਬਣਦੀ ਹੈ ਉਹੀ ਵਾਅਦੇ ਪੂਰੇ ਕਰਦਾ ਹੈ। ਬਾਕੀ ਪਾਰਟੀਆਂ ਦਾ ਮੈਨੀਫੈਸਟੋ ਉਹਨੂੰ ਆਪਾਂ ਫਰੋਲਣ ਦੀ ਲੋੜ ਨਹੀਂ ਹੈ। ਪਰ ਸੱਚ ਇਹ ਹੈ ਕਿ ਜਿੰਨੇ ਹੁਣ ਤੱਕ ਅਸੀਂ 4 ਪ੍ਰੋਗਰਾਮ ਕੀਤੇ ਨੇ ਡਾਕਟਰ ਸਾਹਿਬ, ਜ਼ਿਆਦਾਤਰ ਵਾਅਦੇ ਨੇ ਅਧੂਰੇ ਹੀ ਪਏ ਨੇ। ਅਸੀਂ ਬੀਬੀਆਂ ਦੀ ਗੱਲ ਕੀਤੀ ਸੀ, ਅਸੀਂ ਕਿਸਾਨਾਂ ਦੀ ਗੱਲ ਕੀਤੀ ਸੀ ਤੇ ਆਲ ਓਵਰ ਜਿਹੜੇ ਕੈਪਟਨ ਦੇ 9 ਨੁਕਤੇ ਸੀਗੇ, ਨਵਾਂ ਨਰੋਆ ਪੰਜਾਬ ਨੂੰ ਲੈ ਕੇ ਕੈਪਟਨ ਦੇ 9 ਨੁਕਤੇ, ਉਹ ਵੀ ਅੱਧ ਵਿਚਾਲੇ ਪਏ ਨੇ। ਸੋ ਸਭ ਤੋਂ ਪਹਿਲਾਂ ਸਿਹਤ ਦੇ ਵਿੱਚ ਪਹਿਲਾ ਵਾਅਦਾ ਕੀਤਾ ਸੀ ਹੈਲਥ ਇੰਸ਼ੋਰੈਂਸ ਫॉर ਆਲ, ਯਾਨੀ ਕਿ ਸਾਰੇ ਪੰਜਾਬੀਆਂ ਦੇ ਲਈ ਜਿਹੜੀ ਸਿਹਤ ਬੀਮਾ ਯੋਜਨਾ ਹੈਗੀ ਹੈ ਉਹ ਦਿੱਤੀ ਜਾਊਗੀ। ਮਿਲੀ ਸਭ ਨੂੰ? ਦੇਖੋ, ਮੇਰਾ ਖਿਆਲ ਹੈ ਕਿ ਮੈਂ ਕੁਛ ਕਵਾਂ ਉਹਦੇ ਨਾਲੋਂ ਹਰ ਇੱਕ ਜਿਹੜਾ ਅੱਜ ਸਿਆਣਾ ਹੈ ਤੇ ਜਿੰਨਾ ਕੁ ਉਹਨਾਂ ਦਾ ਖਰਚਾ ਇਸ ਵੇਲੇ ਹਸਪੀਟਲਸ ਦੇ ਵਿੱਚ ਹੋ ਰਿਹਾ ਹੈ ਤੇ ਜਿੰਨੀਆਂ ਕੁ ਹੁਣੇ ਰੀਸੈਂਟਲੀ ਅਸੀਂ ਮੌਤਾਂ ਦੇਖ ਚੁੱਕੇ ਹਾਂ, ਜਿੰਨਾ ਕੁ ਆਕਸੀਜਨ ਸਿਲੰਡਰਾਂ ਤੇ ਜਿਸ ਤਰੀਕੇ ਖਰਚਾ ਕੀਤਾ ਗਿਆ ਜਾਂ ਲੱਖਾਂ ਦੇ ਬਿੱਲ ਜੋ ਇਸ ਵੇਲੇ ਸਭ ਨੂੰ ਦੇਣੇ ਪਏ, ਕੋਈ ਲੁਕਾ ਨਹੀਂ ਹੈ ਕਿ ਘਰ-ਬਾਰ ਉਜੜੇ ਪਏ ਨੇ, ਗਿਰਵੀ ਪਏ ਨੇ ਤੇ ਜਿਸ ਤਰੀਕੇ ਬਿਮਾਰੀਆਂ ਵਧੀਆਂ ਪਈਆਂ ਨੇ। ਜੇ ਤੁਹਾਡੇ ਕੋਲ ਹੈ ਹੈਲਥ ਇੰਸ਼ੋਰੈਂਸ, ਮੈਂ ਬੇਨਤੀ ਕਰਾਂਗੀ ਜ਼ਰੂਰ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਚੰਗੀਆਂ ਗੱਲਾਂ ਵੀ ਜ਼ਰੂਰ ਸਾਹਮਣੇ ਲਿਆ ਸਕੀਏ। ਪਰ ਜੋ ਹਕੀਕਤ ਹੈ ਹੁੰਦੀ ਥੋੜੀ ਜੀ ਕੋਝੀ ਹੈ। ਹੈਲਥ ਇੰਸ਼ੋਰੈਂਸ ਵਾਲਾ ਸਾਰਿਆਂ ਨੂੰ ਨਹੀਂ ਹੈ ਤੇ ਡਾਕਟਰ ਸਾਹਿਬ ਜਿਹੜੀ ਇੱਕ ਮੈਂ ਜ਼ਰੂਰ ਐਡ ਕਰ ਦਿਆਂ ਕਿ ਸੈਂਟਰਲ ਗਵਰਨਮੈਂਟ ਵੱਲੋਂ ਸਕੀਮ ਆਯੁਸ਼ਮਾਨ ਜ਼ਰੂਰ ਸਾਡੇ ਕੋਲ ਹੈ। ਇੱਕ ਭਾਈ ਕਨ੍ਹਈਆ ਸਕੀਮ ਇਸ ਵੇਲੇ ਆਯੁਸ਼ਮਾਨ ਭਾਰਤ ਸਕੀਮ ਚੱਲ ਰਹੀ ਹੈ, ਜਿਸ ਅਧੀਨ ਟੋਟਲ ਉਹਨਾਂ ਦੀ ਜਿਹੜੀ ਐਡਮਿਸ਼ਨ ਹੁੰਦੀ ਹੈ ਸਾਡੇ ਕੋਲ ਬੱਚਿਆਂ ਦੀ ਜਾਂ ਵੱਡਿਆਂ ਦੀ, ਜਿਨ੍ਹਾਂ ਕੋਲੋਂ ਕਾਰਡਸ ਬਣੇ ਹੁੰਦੇ ਆ, ਉਹ ਸਾਰੀ ਟੋਟਲ ਫ੍ਰੀ ਹੋ ਰਹੀ ਹੈ। ਜੀ ਤੋ ਇਹ ਵੀ ਵਾਅਦਾ ਆਪਾਂ ਕਹਿ ਸਕਦੇ ਹਾਂ ਕਿ ਅੱਧ ਵਿਚਾਲੇ ਲਟਕ ਰਿਹਾ ਹੈ। ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਮੈਸੇਜ ਕਰਕੇ ਜ਼ਰੂਰ ਦੱਸਿਓ ਜੇ ਤੁਹਾਡੇ ਪਿੰਡ ਜਾਂ ਤੁਹਾਡੇ ਘਰ ਵਿੱਚ ਸਾਰਿਆਂ ਦੀ ਹੈਲਥ ਇੰਸ਼ੋਰੈਂਸ ਹੋਈ ਹੈ। ਦੂਸਰਾ ਜਿਹੜਾ ਵਾਅਦਾ ਸੀ ਡਾਕਟਰ ਸਾਹਿਬ, ਇਹਦੇ ਵਿੱਚ ਲਿਖਿਆ ਕਿ ਪ੍ਰਾਇਮਰੀ ਹੈਲਥ ਕੇਅਰ ਸੈਂਟਰਸ PHCs ਐਂਡ ਕਮਿਊਨਿਟੀ ਹੈਲਥ ਕੇਅਰ ਸੈਂਟਰਸ ਨੇ ਜਿਹੜੇ ਉਹ ਖੋਲੇ ਜਾਣਗੇ ਮਲਟੀ ਸਪੈਸ਼ਲਿਸਟ ਹਸਪੀਟਲਸ ਦੇ ਲਈ, ਡਿਵੈਲਪਮੈਂਟ ਆਫ ਪ੍ਰਾਇਮਰੀ ਹੈਲਥ ਕੇਅਰ। ਇਹ ਹੋਈ ਹੈ ਇਹਦੀ। ਸੋ ਦਰਅਸਲ ਗੱਲ ਇਹ ਹੈ ਕਿ ਜਿਸ ਤਰੀਕੇ ਸਾਨੂੰ, ਮੈਂ ਕਹਾਂ ਕਿ ਮੈਂ ਸਾਰੇ ਪੰਜਾਬ ਦੇ ਹਰ ਹਿੱਸੇ ਵਿੱਚ ਫਿਰ ਆਈ ਹਾਂ ਤੇ ਹਰ CHC ਜਾਂ ਹਰ PHC ਦੇਖੀ ਹੈ ਤਾਂ ਗਲਤ ਹੋਏਗਾ, ਪਰ ਜਿੰਨੇ ਕੁ ਕੇਸਿਸ ਆਉਂਦੇ ਨੇ ਸਾਡੇ ਕੋਲ
ਉਹ ਜ਼ਿਆਦਾਤਰ ਉਹੀ ਆਉਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਉੱਥੇ ਸਹੂਲਤ ਨਹੀਂ ਮਿਲੀ, ਡਾਕਟਰ ਨਹੀਂ ਸੀ, ਸੋ ਉਸ ਕਰਕੇ ਤੁਹਾਡੇ ਕੋਲ ਇੱਥੇ ਆਉਣਾ ਪਿਆ। ਬਹੁਤੇ ਕੇਸ ਵਿਗੜ ਵੀ ਜਾਂਦੇ ਨੇ। ਇੱਕ ਇੰਪੋਰਟੈਂਟ ਚੀਜ਼ ਦੱਸਣਾ ਚਾਹਾਂਗੀ ਕਿ ਜਦੋਂ ਸਿਲੈਕਸ਼ਨ ਹੁੰਦੀ ਹੈ ਨੀਟ ਦੇ ਵਿੱਚ, ਉਹਦੇ ਵਿੱਚ ਕੁਝ MBBS 'ਚ ਜਾਂਦੇ ਨੇ, ਕੁਝ BAMS 'ਚ ਜਾਂਦੇ ਨੇ, ਕੁਝ ਹੋਮਿਓਪੈਥੀ ਵੱਲ ਜਾਂਦੇ ਨੇ, ਫਿਰ ਕੁਝ ਡੰਗਰ ਡਾਕਟਰ ਵੀ ਬਣਦੇ ਨੇ। ਯਾਨੀ ਇਸ ਤਰੀਕੇ ਨੰਬਰਾਂ ਦੇ ਹਿਸਾਬ ਨਾਲ ਹੁੰਦੀ ਹੈ ਜੀ। ਤੇ ਉੱਥੇ ਹੁਣ ਇਸ ਵੇਲੇ ਜੋ ਕਿ ਤੁਸੀਂ ਖਬਰਾਂ ਹੀ ਪੜ੍ਹ ਲਈਆਂ ਹੋਣੀਆਂ ਨਿਊਜ਼ 'ਚ ਕਿ ਇਸ ਵੇਲੇ ਡਾਕਟਰ ਨਾ ਹੋਣ ਕਾਰਨ BAMS ਡਾਕਟਰ ਲਾਏ ਗਏ ਨੇ, ਜਿਨ੍ਹਾਂ ਨੂੰ ਉਹ ਅਸੀਂ ਪੜ੍ਹਾਉਂਦੇ ਨਹੀਂ। ਜਿਸ ਚੀਜ਼ ਲਈ ਉਹਨਾਂ ਨੇ ਦੇਖਣਾ ਹੁੰਦਾ ਕਿ ਇਹਨੂੰ ਹਾਰਟ ਡਿਜ਼ੀਜ਼ ਹੈ ਜਾਂ ਇਹਦੇ ਆਈਜ਼ ਦੀ ਕੋਈ ਪ੍ਰੋਬਲਮ ਹੈ ਜਾਂ ਸੋ ਇਸ ਕਾਰਨ ਉਹ ਟ੍ਰੇਨਡ ਯਾਨੀ ਉਸ ਪਾਸੇ ਨਹੀਂ ਨੇ, ਜਿਨ੍ਹਾਂ ਨੂੰ ਲਾ ਦਿੱਤਾ ਗਿਆ ਕਿ ਤੁਸੀਂ ਦੇਖੋ ਉਹੀ ਸਕੂਲ ਹੈਲਥ ਵੱਲ ਵੀ ਜਾਣ। ਸੋ ਬਹੁਤ ਸਾਰੇ ਕੇਸ ਨੇ ਜਿਹੜੇ ਸਾਡੇ ਅਣਗੌਲੇ ਰਹਿ ਜਾਂਦੇ ਨੇ। ਉਹ ਉਹਨਾਂ ਦੀ ਵੀ ਗਲਤੀ ਨਹੀਂ, ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਨਹੀਂ ਹੋਈ। ਜੀ ਸੋ ਜਿਸ ਚੀਜ਼ ਦੀ ਟ੍ਰੇਨਿੰਗ ਨਹੀਂ, ਉਸ ਪੱਖੋਂ ਉਹਨਾਂ ਨੂੰ ਲਾ ਦਿੱਤਾ ਗਿਆ। ਬਹੁਤੀ ਥਾਈਂ ਤਾਂ ਫਾਰਮਾਸਿਸਟ ਹੀ ਦੇਖ ਰਿਹਾ, ਕਈ ਥਾਈਂ ਤਾਂ ਹਾਲ ਇਹ ਹੈ ਕਿ ਸਾਡੇ ਕਲਾਸ 4 ਵੀਰ ਵਿਚਾਰੇ ਟੀਕੇ ਵੀ ਲਾ ਰਹੇ ਨੇ, ਕਿਉਂਕਿ ਹੋਰ ਹੈ ਹੀ ਨਹੀਂ ਕੋਈ ਦੇਖਣ ਨੂੰ, ਤੇ ਉਹ ਹੀ ਆਪਣੀ ਇਸ ਤਰੀਕੇ ਦੀ ਸੇਵਾ ਨਿਭਾਉਣ ਲੱਗ ਪਏ ਨੇ। ਸੋ ਨਤੀਜੇ ਵਜੋਂ ਜੇ ਅਜੇ ਕੋਈ ਕਹਿ ਰਿਹਾ ਕਿ ਫੁੱਲੀ ਇਕੁਇਪਡ CHC ਨੇ ਜਾਂ PHC ਨੇ, ਸਾਡੇ ਤਾਂ ਸਪੈਸ਼ਲਿਸਟਸ ਦਾ ਮੈਂ ਦੱਸ ਦਿਆਂ, ਜੋ ਕਿ ਉਹ ਵੀ ਖਬਰ ਹੀ ਪੜ੍ਹੀ ਸੀ ਮੈਂ ਆਈ ਇੰਗਲਿਸ਼ ਦੀ ਅਖਬਾਰ ਵਿੱਚ, ਕਿ ਸਾਡੇ ਸਿਰਫ 100 ਨੇ ਇੰਸਟੀਟਿਊਸ਼ਨਸ ਹੁਣ, ਯਾਨੀ ਕੱਢ ਲਏ ਗਏ ਨੇ ਸਪੈਸ਼ਲਿਸਟ ਸਾਰਿਆਂ ਤੋਂ। ਤੇ ਉਹ ਕੁਝ ਸਿਰਫ ਜਿਹੜੇ ਸਪੈਸ਼ਲਿਸਟ ਨੇ ਉਨੇ ਕੁ ਥਾਵਾਂ ਤੇ ਹੀ ਦੇ ਦਿੱਤੇ ਗਏ ਨੇ, ਬਾਕੀ ਸਾਰੀਆਂ ਥਾਵਾਂ ਤੋਂ ਸਪੈਸ਼ਲਿਸਟ ਹੀ ਨਹੀਂ ਨੇ। ਅੱਛਾ, ਯਾਨੀ ਕਿ ਕਿਉਂਕਿ ਨਾਲੇ ਵਾਅਦਾ ਸਰਕਾਰ ਨੇ ਇਹ ਕੀਤਾ ਸੀ ਜਿਹੜੇ PHC ਤੇ CHC ਉਹਨਾਂ ਨੂੰ ਇੰਡੀਪੈਂਡੈਂਟ ਬਣਾਇਆ ਜਾਊਗਾ, ਮਲਟੀ ਸਪੈਸ਼ਲਿਟੀ ਹਸਪੀਟਲ, ਜਿੱਥੇ ਉਹਨਾਂ ਨੂੰ ਇਸ ਕਰਕੇ ਕੀਤਾ ਸੀ ਕਿ ਤੁਸੀਂ ਜੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਈਵਨ ਸਾਡੇ ਕੋਲ ਟੈਲੀਮੈਡੀਸਿਨ ਰਾਹੀਂ ਆਨਲਾਈਨ ਤੁਸੀਂ, ਜਾਂ ਜਿਵੇਂ ਆਨਲਾਈਨ ਨਹੀਂ ਯਾਨੀ ਟੈਲੀਮੈਡੀਸਿਨ ਰਾਹੀਂ ਤੁਸੀਂ ਕਰ ਸਕਦੇ ਹੋ ਕਿ ਕਨੈਕਟ ਤੁਸੀਂ ਕਿ ਆ ਸਾਡੇ ਕੋਲ ਕੇਸ ਆਇਆ, ਨਹੀਂ ਪਤਾ ਲੱਗ ਰਿਹਾ, ਤਾਂ ਸਾਡੇ ਜਿਵੇਂ ਹਸਪੀਟਲ ਵਿੱਚ ਸਪੈਸ਼ਲ ਅਸੀਂ ਦਿਨ ਰੱਖਿਆ ਸੀ ਕਿ ਤੁਸੀਂ ਗੱਲ ਕਰ ਸਕਦੇ ਹੋ। ਪ੍ਰੋਬਲਮ ਇਹ ਆ ਰਹੀ ਹੈ ਕਿ ਉੱਥੇ ਜਦ ਡਾਕਟਰ ਹੀ ਨਹੀਂ ਤਾਂ ਤੁਸੀਂ ਕਿਸ ਤਰੀਕੇ ਟੈਲੀਮੈਡੀਸਿਨ ਕਰਨੀ ਹੈ। ਤੀਸਰਾ ਵਾਅਦਾ ਹੈ ਡਾਕਟਰ ਸਾਹਿਬ ਕਿ ਪੰਜਾਬ ਦੇ ਵਿੱਚ ਹਰ 1000 ਦੀ ਪੋਪੂਲੇਸ਼ਨ ਦੇ ਪਿੱਛੇ, ਚਾਹੇ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ, ਮੁਹੱਲਾ ਕਲੀਨਿਕ ਖੋਲੇ ਜਾਣਗੇ। ਖੋਲੇ ਗਏ ਨੇ ਸਾਰੇ ਕਿਤੇ? ਤੁਸੀਂ ਆਪਦੇ ਜ਼ਿਲ੍ਹੇ ਦਾ ਹੀ ਦੱਸ ਦਿਓ। ਤੁਸੀਂ ਦੇਖੋ ਹਰ ਵਾਅਦਾ ਸੁਣ ਕੇ ਹੱਸਣ ਲੱਗ ਜਾਂਦੇ ਹੋ, ਤੇ ਉਹ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਸ਼ਾਇਦ ਕੁਝ ਗੜਬੜ ਹੈ। ਮੇਰਾ ਖਿਆਲ ਹੈ ਕਿ ਇਹ ਸਵਾਲ ਤਾਂ ਸਾਡੇ ਸੁਣਨ ਵਾਲੇ ਜਿਹੜੇ ਹੈਗੇ ਨੇ ਜਾਂ ਦੇਖਣ ਵਾਲੇ ਸਰੋਤੇ ਨੇ, ਮੇਰਾ ਖਿਆਲ ਉਹ ਬਿਹਤਰ ਦੇ ਸਕਣਗੇ ਕਿ ਤੁਹਾਡੇ ਮੁਹੱਲੇ ਦੇ ਵਿੱਚ ਕੀ ਕੋਈ ਇਸ ਤਰੀਕੇ ਦੇ ਕਲੀਨਿਕਸ ਖੁੱਲੇ ਹੋਏ ਨੇ। ਡਿਸਪੈਂਸਰੀਜ਼ ਜ਼ਰੂਰ ਨੇ ਸਾਡੀਆਂ ਜਿਹੜੀਆਂ ਇਸ ਵੇਲੇ ਹਨ, ਉਹ ਵੈਲ ਇਕੁਇਪਡ ਇਸ ਕਰਕੇ ਨਹੀਂ ਹਨ ਕਿ ਪਹਿਲੀ ਚੀਜ਼ ਤਾਂ ਉਹਨਾਂ ਨੂੰ 1 ਰੁਪਈਆ ਵੀ ਉਹਨਾਂ ਦੇ ਅੱਗੋਂ, ਯਾਨੀ ਕਿਤੇ ਗੁਸਲਖਾਨੇ ਨਹੀਂ ਹਨ, ਕਿਤੇ ਬਿਲਡਿੰਗ ਟੁੱਟੀ ਹੋਈ ਹੈ, ਕਿਤੇ ਦਰਵਾਜ਼ੇ ਨਹੀਂ, ਕਿਤੇ ਖਿੜਕੀਆਂ ਨਹੀਂ, ਕਿਉਂਕਿ ਪੈਸਾ ਹੈ ਹੀ ਨਹੀਂ। ਸੋ ਫਿਰ ਇੱਕ ANM ਨੂੰ ਜਿਵੇਂ ਉੱਥੇ ਨਹੀਂ, ਅੱਜ ਤੁਸੀਂ ਡਿਊਟੀ ਇੱਥੇ ਕਰਨੀ ਹੈ, ਅੱਜ ਉੱਥੇ ਕਰਨੀ ਹੈ, ਇੱਕੋ ਹੀ ਡਾਕਟਰ ਨੂੰ ਅੱਜ ਡਿਊਟੀ ਉੱਧਰ ਕਰਨੀ ਹੈ, ਇੱਕ ਉੱਧਰ ਕਰਨੀ ਹੈ। ਸੋ ਇੰਝ ਹੀ ਸਾਡੀਆਂ ਸਟਾਫ ਨਰਸਾਂ ਦੀ ਸ਼ਾਰਟੇਜ, ਸੋ ਉਹ ਇੱਕੋ ਨੂੰ ਹੀ ਡਿਊਟੀ ਵੰਡ ਕੇ ਅੱਜ ਇੱਥੇ, ਅੱਜ ਉੱਥੇ, ਅੱਜ ਇੱਥੇ। ਇਸ ਨੂੰ ਕੀ ਕਹਿਣਾ ਚਾਹੀਦਾ ਮੈਨੂੰ ਪਤਾ ਨਹੀਂ, ਜਿੱਥੇ ਦਵਾਈਆਂ ਵੀ ਪੂਰੀਆਂ ਨਹੀਂ ਤੇ ਜਿੱਥੇ ਜੋ ਹਾਲ ਹੈ ਇਸ ਤਰੀਕੇ ਕਿ ਛੋਟੀ ਤੋਂ ਛੋਟੀ ਚੀਜ਼ ਲਈ ਉਹਨਾਂ ਨੂੰ ਰੈਫਰਲਸ ਕਰਨੀਆਂ ਪੈਣ ਕਿ ਇੰਨਾ ਕੁ ਵੀ ਟੈਸਟ ਕਰਾਉਣਾ ਹੈ, ਜੇ 10 ਰੁਪਏ ਦਾ ਵੀ, ਤੇ ਜਾਓ ਤੁਸੀਂ ਉਹ 20 ਰੁਪਏ ਜਾਂ 50 ਰੁਪਏ ਜਾਂ 100 ਰੁਪਏ ਖਰਚ ਕੇ ਜਾ ਕੇ ਉੱਥੇ ਕਰਾ ਕੇ ਆਓ। ਤੇ ਡਾਕਟਰ ਸਾਹਿਬ ਡਿਸਪੈਂਸਰੀ ਦੇ ਨਾਲੋਂ ਮੁਹੱਲਾ ਕਲੀਨਿਕ ਦੇ ਵਿੱਚ ਫਰਕ ਕੀ ਹੈ? ਥੋੜਾ ਜਿਹਾ ਇਹ ਵੀ ਦੱਸ ਦਿਓ। ਦੇਖੋ, ਦਿੱਲੀ ਤੇ ਇੱਥੇ ਦਾ ਕੁਝ ਥੋੜਾ ਜਿਹਾ ਫਰਕ ਹੈ ਕਿ ਸਾਡੇ ਪਿੰਡ ਨੇ ਵੱਡੀ ਗਿਣਤੀ 'ਚ, ਜਿੱਥੇ ਅਸੀਂ ਪਿੰਡਾਂ ਦੇ ਵਿੱਚ ਡਿਸਪੈਂਸਰੀਜ਼ ਖੋਲੀਆਂ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਉਸ ਮੁਹੱਲੇ ਦੀ ਇੱਕ ਤਰੀਕੇ, ਜਿਵੇਂ ਉਸੇ ਤਰ੍ਹਾਂ ਅਸੀਂ ਕਹਿਤਾ ਵੀ ਉਸ ਪਿੰਡ ਨੂੰ ਇਹ ਇੱਕ ਡਿਸਪੈਂਸਰੀ ਕੇਟਰ ਕਰਦੀ ਹੈ। ਸ਼ਹਿਰਾਂ ਦੇ ਵਿੱਚ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਮੁਹੱਲਾ ਕਲੀਨਿਕਸ ਜੋ ਬਣਦੇ ਨੇ, ਉਹ ਇਸ ਕਰਕੇ ਸੰਭਵ ਸਾਡੇ ਨਹੀਂ ਕਿਉਂਕਿ ਡਾਕਟਰ ਹੀ ਨਹੀਂ ਹਨ ਨਾ। ਤਾਂ ਅਸੀਂ ਦੇਖੋ ਆਈਡੀਅਲੀ ਕੀ ਹੁੰਦਾ ਕਿ ਸਟੇਟ GDP ਦਾ 5% ਘੱਟੋ ਘੱਟ ਚਾਹੀਦਾ ਸਾਨੂੰ, ਜੋ ਅਸੀਂ ਹੈਲਥ ਸਿਸਟਮ ਖੜਾ ਕਰਨ ਲਈ।
ਤੇ ਡਾਕਟਰ ਸਾਹਿਬ ਚੌਥਾ ਜਿਹੜਾ ਵਾਅਦਾ ਹੈਗਾ, ਚੌਥਾ ਤੇ ਪੰਜਵਾਂ ਇੱਕੋ ਜਿਹਾ ਹੀ ਲੱਗਦਾ ਮੈਨੂੰ, ਆਨਲਾਈਨ OPD ਰਜਿਸਟ੍ਰੇਸ਼ਨ ਹਰ ਹਸਪਤਾਲ ਦੇ ਵਿੱਚ ਆਨਲਾਈਨ ਸਹੂਲਤ ਦਿੱਤੀ ਜਾਊਗੀ ਜੇ ਤੁਸੀਂ ਅਪਾਇੰਟਮੈਂਟ ਲੈਣੀ ਹੈ, ਡਾਕਟਰ ਨੂੰ ਮਿਲਣਾ। ਦੂਸਰਾ ਅਪਾਇੰਟਮੈਂਟ ਵਿਦ ਦਾ ਡਾਕਟਰਸ ਦੇ ਨਾਲ ਅਪਾਇੰਟਮੈਂਟ ਆਫ ਹਸਪੀਟਲ ਐਡਮਿਨਿਸਟ੍ਰੇਟਰਸ, ਡਾਕਟਰਸ ਫॉर ਪੇਸ਼ੈਂਟਸ ਓਨਲੀ। ਸੋ ਇਹ ਫੇਰ ਤੁਸੀਂ ਹੱਸਣ ਲੱਗੇ, ਚਲੋ ਚੀਜ਼ਾਂ ਹੀ ਮੇਰੇ ਤੋਂ ਪੁੱਛ ਰਹੇ ਹੋ ਕਿ ਸਾਡੇ ਬਿਲਕੁਲ ਆਨਲਾਈਨ ਨਹੀਂ ਹੈ ਕੋਈ ਰਜਿਸਟ੍ਰੇਸ਼ਨ ਇਸ ਤਰੀਕੇ ਦੀ। ਆਉਣਾ ਹੀ ਪੈਂਦਾ, ਲੰਬੀਆਂ ਲਾਈਨਾਂ 'ਚ ਖੜੇ ਵੀ ਹੋਣਾ ਪੈਂਦਾ। ਬਹੁਤੀ ਵਾਰ ਸਾਡੇ ਜੋ ਕੰਪਿਊਟਰਸ ਨੇ ਖਰਾਬ ਹੋਏ ਹੁੰਦੇ ਨੇ, ਸੋ ਹੱਥ ਨਾਲ ਹੀ ਪਰਚੀ ਬਣਦੀ ਹੈ। ਫੋਨ ਤਾਂ ਕੋਈ ਚੱਕਦਾ ਹੀ ਨਹੀਂ ਡਾਕਟਰ ਸਾਹਿਬ, ਮੇਰਾ ਤਾਂ PGI ਨਾਲ ਵੀ ਐਕਸਪੀਰੀਅੰਸ ਬੜਾ ਮਾੜਾ ਹੈਗਾ। ਸੋ ਇਸ ਤਰੀਕੇ ਦਾ ਮੈਂ ਫਿਰ ਉਹੀ ਕਹਿ ਦਿਆਂ ਕਿ ਜਿੰਨੇ ਵੀ ਪੁਆਇੰਟਸ ਨੇ, ਜੇ ਸਾਡੇ ਇਸ ਵੇਲੇ ਸਰੋਤਿਆਂ ਦੇ ਨੂੰ ਪਤਾ ਹੈ ਵੀ ਉਹਨਾਂ ਨੂੰ ਇਸ ਤਰੀਕੇ ਦੀ ਸਹੂਲਤ ਮਿਲੀ ਅੰਮ੍ਰਿਤਸਰ ਜਾਂ ਪਟਿਆਲੇ ਦੇ ਮੈਡੀਕਲ ਕਾਲਜ ਵਿੱਚ, ਸਾਨੂੰ ਜ਼ਰੂਰ ਸਾਂਝੀ ਕਰਿਓ। ਪਰ ਇਸ ਤਰੀਕੇ ਦੀ ਸਾਡੇ ਕੋਲ ਅਜੇ ਤੱਕ ਫੈਸਿਲਿਟੀ ਨਹੀਂ ਹੈ, ਕਿਉਂਕਿ ਸਰਕਾਰ ਨੇ ਤਾਂ ਇਹ ਵੀ ਕਿਹਾ ਸੀ ਕਿ ਜਿਹੜੀਆਂ ਵਿੰਡੋਜ਼ ਨੇ ਨਾ, ਉਹ ਰਿਸੈਪਸ਼ਨ ਤੇ ਹੋਰ ਬਣਾਈਆਂ ਜਾਣਗੀਆਂ ਤਾਂ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ। ਗੱਲ ਇਹ ਹੈ ਕਿ ਬੰਦੇ ਦਿੱਤੇ ਹੀ ਨਹੀਂ ਗਏ। ਸੋ ਬਹੁਤੀ ਵਾਰ ਜਿਵੇਂ 5 ਵੀ ਖਿੜਕੀਆਂ ਨੇ ਉਹ ਵਿੰਡੋਜ਼ ਰੱਖੀਆਂ, ਉਹਨਾਂ ਚੋਂ ਸਾਡੀਆਂ 2 ਹੀ ਫੰਕਸ਼ਨਿੰਗ ਹੁੰਦੀਆਂ, ਬਾਕੀ ਤੇ ਬੰਦ ਹੀ ਹੁੰਦੀਆਂ। ਬਿਲਕੁਲ ਬਿਲਕੁਲ। ਸੋ ਉਹੀ ਜਿਹੜਾ ਅਗਲਾ ਹੈਗਾ ਕਿ ਅਪਾਇੰਟਮੈਂਟ ਆਫ ਹਸਪੀਟਲ ਐਡਮਿਨਿਸਟ੍ਰੇਟਰਸ, ਕਿ ਡਾਕਟਰ ਨੇ ਸਿਰਫ ਪੇਸ਼ੈਂਟ ਨੂੰ ਦੇਖਣਗੇ, ਐਡਮਿਨਿਸਟ੍ਰੇਸ਼ਨ ਲਈ ਅਸੀਂ ਅਲੱਗ ਰੱਖਾਂਗੇ। ਜੀ ਬਿਲਕੁਲ, ਇੱਕ ਵੀ ਥਾਂ ਤੇ ਨਹੀਂ ਹੈ, ਕਿਉਂਕਿ ਜਿੰਨੇ ਸਪੈਸ਼ਲਿਸਟ ਡਾਕਟਰ ਨੇ ਸਗੋਂ ਉਹਨਾਂ ਨੂੰ ਐਡਮਿਨਿਸਟ੍ਰੇਟਿਵ ਜੌਬ ਤੇ ਲਾ ਦਿੱਤਾ ਗਿਆ। ਇਸੇ ਕਰਕੇ ਉਹ ਆਪਣਾ ਰੈਗੂਲਰ ਵਰਕ ਕਰ ਹੀ ਨਹੀਂ ਰਹੇ। ਉਹ ਡਾਕਟਰਸ ਉਹ ਅਵੇਲੇਬਲ ਹੀ ਨਹੀਂ ਹਨ, ਕਿਉਂਕਿ ਉਹ ਐਡਮਿਨਿਸਟ੍ਰੇਸ਼ਨ ਸਵੇਰੇ 9 ਤੋਂ 5 ਬੈਠੇ ਨੇ, ਸੋ ਉਹ ਅਵੇਲੇਬਲ ਹੀ ਨਹੀਂ ਨੇ। ਜੀ ਜੀ ਬਿਲਕੁਲ। ਦਰਸ਼ਕਾਂ ਤੋਂ ਥੋੜੀ ਜਿਹੀ ਮਾਫੀ ਚਾਹਾਂਗੇ ਕਿਉਂਕਿ ਸਾਡੇ ਇੱਥੇ ਆਸ-ਪਾਸ ਕੰਸਟਰਕਸ਼ਨ ਚੱਲ ਰਹੀ ਹੈ, ਥੋੜਾ ਜਿਹਾ ਖੜਕਾ ਤੁਹਾਨੂੰ ਸੁਣਨਾ ਪੈ ਰਿਹਾ ਹੈ। ਬੰਦ ਕਰਾਉਣ ਲਈ ਅਸੀਂ ਕਹਿ ਦਿੱਤਾ ਹੈ, ਦੇਖਦੇ ਹਾਂ ਕਦੋਂ ਬੰਦ ਹੁੰਦਾ ਹੈ। ਸੋ ਡਾਕਟਰ ਸਾਹਿਬ ਅਗਲਾ ਜਿਹੜਾ ਵਾਅਦਾ ਹੈਗਾ ਕਿ ਰੈਗੂਲਰ ਰਿਕਰੂਟਮੈਂਟ ਆਫ ਡਾਕਟਰਸ ਪਾਰਟਿਕੂਲਰਲੀ ਸਪੈਸ਼ਲਿਸਟਸ, ਇਹ ਹੁਣ ਹਰ ਹਸਪਤਾਲ ਦੇ ਵਿੱਚ ਹੈਗੇ ਨੇ ਪੂਰੇ ਡਾਕਟਰ? ਜੀ ਬਿਲਕੁਲ ਵੀ ਨਹੀਂ ਨੇ, ਖਾਲੀ ਨੇ ਅਜੇ ਪੋਸਟਸ। ਤੇ ਉਸੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਮੈਡੀਕਲ ਕਾਲਜਸ ਦੇ ਵਿੱਚ ਸਗੋਂ ਜਿਹੜੇ ਰਿਟਾਇਰ ਹੋ ਚੁੱਕੇ ਨੇ, ਰੀਇੰਪਲੋਏ ਕਰਕੇ ਉਹਨਾਂ ਨੂੰ ਬਿਠਾ ਦਿੱਤਾ ਗਿਆ, ਜਿਸ ਸਦਕਾ ਸਾਡੇ ਸਗੋਂ ਜਿਹੜੇ ਫਰੈਸ਼ ਨਿਕਲੇ ਨੇ, ਜਿਹਨੇ ਉਹਨਾਂ ਤੋਂ 3 ਗੁਣਾ ਜਾਂ 4 ਗੁਣਾ ਵੱਧ ਕੰਮ ਕਰ ਸਕਦੇ ਨੇ, ਮਜਬੂਰੀ ਵਸ ਉਹਨਾਂ ਨੂੰ ਜਾਂ ਤਾਂ ਵਤਨ ਛੱਡਣਾ ਪੈ ਰਿਹਾ ਤੇ ਜਾਂ ਫਿਰ ਉਹ ਗੁਆਂਢੀ ਸੂਬਿਆਂ ਦੇ ਵਿੱਚ ਜਾਂ ਈਵਨ ਬੰਬੇ ਵਿੱਚ ਜਾਂ ਦਿੱਲੀ ਵਿੱਚ ਜਾਣੇ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਸਾਡੇ ਇਹ ਡਾਕਟਰਸ ਨੂੰ ਇੱਥੇ ਪੂਰਾ ਨਹੀਂ ਕੀਤਾ ਜਾ ਰਿਹਾ। ਜੋ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ, ਸੁਪਰ ਸਪੈਸ਼ਲਿਸਟ ਤੇ ਆਣਾ ਹੀ ਨਹੀਂ ਚਾਹੁੰਦੇ। ਸੋ ਇਸ ਪੱਖੋਂ ਬਹੁਤ ਧਿਆਨ ਦੀ ਲੋੜ ਹੈ, ਕਿਉਂਕਿ ਜੇ ਆਇਆ ਕੋਈ ਨਿਊਰੋ ਸਰਜਨ ਜੋ ਕਿ ਆਇਆ ਹੀ ਨਹੀਂ ਤਾਂ ਉਹ ਕੀ ਕਰੇ ਜੇ ਉਹਨੂੰ ਕੋਈ ਫੈਸਿਲਿਟੀ ਨਹੀਂ ਦਿੱਤੀ ਗਈ, ਵਿਹਲਾ ਬੈਠਣ ਤੇ ਕੋਈ ਆਇਆ ਨਹੀਂ। ਬਿਲਕੁਲ, ਅਸੀਂ ਵੀ ਪਿੱਛੇ ਰਿਪੋਰਟ ਕੱਢੀ ਸੀ, ਹੈਰਾਨ ਰਹਿ ਗਏ ਸੀ ਕਿ ਪੰਜਾਬ ਦੇ ਵਿੱਚ ਕਈ ਬਿਮਾਰੀਆਂ ਦੇ ਤਾਂ ਸਪੈਸ਼ਲਿਸਟ ਹੀ ਹੈ ਨਹੀਂ, ਬਹੁਤ ਹੀ ਕਰਕੇ ਕਲੀਅਰ ਆ ਚੁੱਕੇ ਨੇ, ਪਰ ਉਹਨਾਂ ਨੂੰ ਕਿਉਂਕਿ ਅੱਗੇ ਤੁਸੀਂ ਰਿਟਾਇਰ ਬੰਦੇ ਜਿਹੜੇ ਹੋ ਚੁੱਕੇ ਉਹਨਾਂ ਨੂੰ ਦੁਬਾਰਾ ਬਿਠਾ ਦਿੱਤਾ, ਸੀਟਾਂ ਦਿੱਤੀਆਂ ਹੀ ਨਹੀਂ, ਉਹ ਕਿੱਥੇ ਜਾਣ ਵਿਚਾਰੇ ਤੇ ਕੀ ਕਰਨ। ਸੋ ਡਾਕਟਰ ਸਾਹਿਬ ਅਗਲਾ ਤਾਂ ਸੁਣ ਕੇ ਪੜ੍ਹ ਕੇ ਮੈਨੂੰ ਵੀ ਹਾਸਾ ਆ ਰਿਹਾ ਹੈ, ਓਪਨਿੰਗ ਆਫ ਮੈਡੀਕਲ ਕਾਲਜਸ ਪੰਜਾਬ ਦੇ ਵਿੱਚ। ਬਿਲਕੁਲ 5 ਮੈਡੀਕਲ ਕਾਲਜ, ਤੇ ਜਿਹੜੇ ਪਹਿਲਾਂ ਵਾਲੇ 4 ਨੇ ਉਹਨਾਂ ਦਾ ਕੀ ਬਣਿਆ? ਅਸੀਂ ਬੰਦ ਕਰ ਚੁੱਕੇ ਹਾਂ। ਸੋ ਮੇਰਾ ਖਿਆਲ ਹੈ ਸਭ ਨੂੰ ਪਤਾ ਹੈ ਕਿ ਨਵੇਂ ਤਾਂ ਕੀ ਖੋਲਣੇ ਸੀ, ਅਸੀਂ ਪਹਿਲੇ ਚੱਲਦੇ ਵੀ ਬੰਦ ਕਰ ਚੁੱਕੇ ਹਾਂ। ਜੀ ਜੀ। ਅਗਲਾ ਵਾਅਦਾ ਡਾਕਟਰ ਸਾਹਿਬ ਤੁਸੀਂ ਖੁਦ ਹੀ ਦੱਸੋ ਵੀ ਇਹ ਪੂਰਾ ਹੋਇਆ ਕਿ ਨਹੀਂ ਹੋਇਆ? MLRs ਵਿਦਆਊਟ ਪੁਲਿਸ ਰਿਕਮੈਂਡੇਸ਼ਨਸ, ਡੂਇੰਗ ਅਵੇ ਆਫ ਐਂਟਰਟੇਨਿੰਗ MLRs, ਇਹ ਕੀ ਹੁੰਦਾ ਹੈ ਮੈਨੂੰ ਵੀ ਨਹੀਂ ਪਤਾ ਹੈਗਾ। ਦੇਖੋ, ਜਦੋਂ ਕੋਈ ਐਕਸੀਡੈਂਟ ਜਾਂ ਲੜਾਈ ਦਾ ਕੇਸ ਆਂਦਾ ਜੇ ਜਿਹੜਾ ਜ਼ਖਮੀ ਹੋਵੇ, ਸੋ ਉਹਦੇ ਵਿੱਚ ਇਹ ਕੱਟਣੀ ਹੁੰਦੀ ਹੈ ਤੁਸੀਂ MLR, ਕਿ ਝਗੜੇ ਵਾਲਾ ਕੇਸ ਆਇਆ ਤਾਂ ਜਾਂ ਇਹਦੇ ਜਿਵੇਂ ਦੀਆਂ ਸੱਟਾਂ ਨੇ ਉਹ ਤੁਸੀਂ ਮੈਡੀਕਲ ਲੀਗਲ ਜੋ ਰਿਪੋਰਟ ਤਿਆਰ ਕਰਨੀ ਹੁੰਦੀ ਹੈ ਉਹਨੂੰ MLR ਕਹਿੰਦੇ ਨੇ। ਪਰ ਇਹਦੇ ਵਿੱਚ ਕਿੰਨੀ ਕੁ ਇੰਟਰਫੀਰੈਂਸ ਹੁੰਦੀ ਹੈ, ਕਿੰਨਾ ਕੁ ਪ੍ਰੈਸ਼ਰ ਹੁੰਦਾ, ਮੇਰਾ ਖਿਆਲ ਹੈ ਮੇਰੇ ਸੁਣਨ ਵਾਲੇ ਜ਼ਿਆਦਾ ਸਿਆਣੇ ਨੇ ਕਿ ਕੀ ਇਹ ਸਿਆਸੀ ਉਹਦੇ ਵਿੱਚ ਜ਼ੋਰ ਪੈਂਦਾ ਜਾਂ ਨਹੀਂ, ਉਹ ਜ਼ਿਆਦਾ ਵਧੀਆ ਤਰੀਕੇ ਜਾਣਦੇ ਨੇ। ਤੇ ਕਿਉਂ ਲੋਕ ਸਪੋਰਟ ਪਰਮਾਨੈਂਟਲੀ ਕਰਦੇ ਨੇ ਸਿਆਸਤਦਾਨਾਂ ਨੂੰ ਕਿ ਸਾਡੇ ਪੁਲਿਸ ਦੇ ਕੇਸ ਨਿਬੇੜੇ ਜਾਣ ਜਾਂ ਝੂਠੇ ਕੇਸ ਪਾ ਦਿੱਤੇ ਜਾਣ। ਸੋ ਉਸ ਪੱਖੋਂ ਮੇਰੇ ਤੋਂ ਵੱਧ ਸਿਆਣੇ ਨੇ ਕਿ ਕਿਵੇਂ ਕੰਮ ਚੱਲ ਰਿਹਾ ਜੀ। ਤੇ ਡਾਕਟਰ ਸਾਹਿਬ ਇੱਕ ਵਾਅਦਾ ਇਹ ਵੀ ਕੀਤਾ ਸੀ ਕਿ ਆਨਲਾਈਨ ਮੋਨੀਟਰਿੰਗ ਕੀਤੀ ਜਾਵੇਗੀ ਅਲਟਰਾਸਾਊਂਡ ਸੈਂਟਰਾਂ ਦੀ, ਇਹਦਾ ਕੀ ਹਾਲਾਤ ਨੇ? ਦੇਖੋ, ਸਾਡੇ ਇਹ ਵੀ ਖਬਰਾਂ ਛਪ ਚੁੱਕੀਆਂ ਨੇ ਕਿ ਭਾਵੇਂ ਇਹ ਸਭ ਕੁਝ ਚੱਲ ਰਿਹਾ ਜਾਂ ਦਿਖਾ ਦਿੱਤਾ ਗਿਆ ਕਿ ਚੱਲ ਰਹੇ ਨੇ, ਪਰ ਕਿਵੇਂ ਫੜੇ ਵੀ ਗਏ ਸਾਡੇ ਜੋ ਇਸ ਤਰ੍ਹਾਂ ਦੀ ਡਿਟੈਕਸ਼ਨ ਕਰ ਰਹੇ ਸਨ, ਐਂਟੀਨੇਟਲ ਡਿਟੈਕਸ਼ਨ, ਇਹ ਅੰਡਰ PNDT, ਤੇ ਕਿਵੇਂ ਉਹ ਛੱਡੇ ਵੀ ਗਏ ਤੇ ਉਹਨਾਂ ਨੇ ਦੁਬਾਰਾ ਵੀ ਕੰਮ ਸ਼ੁਰੂ ਕਰ ਦਿੱਤਾ। ਸੋ ਕਿਹਦੇ ਅਸਰ ਅਧੀਨ, ਇਹ ਵੀ ਮੇਰਾ ਖਿਆਲ ਸਭ ਜਾਣਦੇ ਹੀ ਨੇ, ਮੈਨੂੰ ਦੱਸਣ ਦੀ ਲੋੜ ਨਹੀਂ। ਜੀ ਜੀ। ਸੋ ਅਗਲਾ ਵਾਅਦਾ ਹੈ ਡਾਕਟਰ ਸਾਹਿਬ ਕਿ ਵੱਖਰਾ ਕੇਡਰ ਬਣੇਗਾ ਜਨਰਲ ਡਿਊਟੀ ਡਾਕਟਰਸ ਦੇ ਲਈ ਤੇ ਸਪੈਸ਼ਲਿਸਟ ਦੇ ਲਈ, ਵੱਖਰਾ ਵੱਖਰਾ ਕੇਡਰ ਹੋਏਗਾ।
ਦੇਖੋ ਜਿਵੇਂ ਮੈਂ ਹੁਣੇ ਦੱਸਿਆ ਕਿ ਸਾਡੇ ਸਪੈਸ਼ਲਿਸਟ ਡਾਕਟਰ ਨੂੰ ਤਾਂ ਸਗੋਂ ਐਡਮਿਨਿਸਟ੍ਰੇਟਿਵ ਜੌਬਸ ਦੇ ਦਿੱਤੀਆਂ ਗਈਆਂ ਨੇ। ਫਿਰ ਜਿੱਥੇ ਸਾਰੇ ਥਾਵਾਂ ਤੇ ਉਹਨਾਂ ਨੇ ਜਾਣਾ ਸੀ ਉਹਨਾਂ ਤੋਂ ਉਹਨਾਂ ਨੂੰ ਸਿਰਫ 100 ਸੈਂਟਰਸ ਤੱਕ ਹੀ ਸਗੋਂ ਸੀਮਤ ਕਰ ਦਿੱਤਾ। ਸੋ ਇਹਦਾ ਮਤਲਬ ਹੈ ਕਿ ਜਨਰਲ ਡਿਊਟੀ ਡਾਕਟਰਸ ਜਿਹੜੇ ਨੇ ਉਹ ਕਿਉਂਕਿ ਸੀਟਾਂ ਹੀ ਪੂਰੀਆਂ ਅਜੇ ਨਹੀਂ ਹੋਈਆਂ, ਸੋ ਉਹਨਾਂ ਚੋਂ ਬਹੁਤ ਸਾਰੇ ਤਾਂ ਇਧਰ ਕਰਕੇ ਟੈਸਟ ਦੇ ਕੇ ਬਾਹਰ ਜਾਣ ਨੂੰ ਤੁਰੇ ਹੋਏ ਨੇ। ਅੱਧੀਆਂ ਕਲਾਸਾਂ ਸਾਡੀਆਂ ਨੇ ਜਿਹੜੀਆਂ ਬੱਚਿਆਂ ਦੀਆਂ ਉਹ ਪੜ੍ਹ ਕੇ ਇੱਥੋਂ ਯਾਨੀ ਸਾਰੇ ਰਿਸੋਰਸਿਸ ਸਗੋਂ ਸਾਡੀ ਇੱਥੇ ਲੈ ਕੇ ਪੰਜਾਬ ਦੇ ਤੇ ਫਿਰ ਉਹ ਸਾਰੇ ਬਾਹਰ ਵੱਲ ਨੂੰ ਤੁਰਦੇ ਜਾਂਦੇ ਨੇ। ਅੱਧੀਆਂ ਕਲਾਸਾਂ ਸਾਡੀਆਂ ਬਾਹਰ ਨੂੰ ਜਾ ਰਹੀਆਂ ਨੇ। ਇਹ ਵਾਕਈ ਖਤਰਨਾਕ ਰੁਝਾਨ ਹੈ। ਸੋ ਜੇ ਆਪਾਂ ਇਹ ਨਾ ਛੇਤੀ ਸਪੈਸ਼ਲਿਸਟ ਦੀਆਂ ਪੋਸਟ ਭਰੀਆਂ ਤਾਂ ਕੰਮ ਵਾਕਈ ਪੰਜਾਬ ਲਈ ਖਤਰਨਾਕ ਸ਼ੁਰੂ ਹੋਣ ਵਾਲਾ ਹੈ। ਜੀ ਡਾਕਟਰ ਸਾਹਿਬ, ਅਗਲਾ ਵੀ ਮੈਨੂੰ ਲੱਗਦਾ ਹੈ ਕਿ ਜੋ ਸਰਕਾਰ ਨੇ ਕਿਹਾ ਸੀ ਕਿ ਜਿਹੜੇ ਹਰ ਜ਼ਿਲ੍ਹੇ ਦੇ ਹਸਪਤਾਲ ਨੇ ਉਹਨਾਂ ਨੂੰ ਆਧੁਨਿਕ ਕਰ ਦਿੱਤਾ ਜਾਊਗਾ, ਰੈਗੂਲਰ ਮੇਨਟੇਨੈਂਸ ਹੈ ਜਿਹੜੀ ਉਹਨਾਂ ਦੀ ਉਹ ਬਿਲਕੁਲ ਪੁਖਤਾ ਕੀਤੀ ਜਾਊਗੀ। ਮੇਰੇ ਆਪਣੇ ਡਿਪਾਰਟਮੈਂਟ ਵਿੱਚ ਮੈਂ ਸੱਦਾ ਦਿੰਨੀ ਆ, ਜ਼ਰੂਰ ਆ ਕੇ ਦੇਖੋ। ਉੱਥੇ ਪੀਣ ਲਈ ਪਾਣੀ ਵੀ ਨਹੀਂ ਹੈ ਸਾਡੇ ਕੋਲ। ਗੁਸਲਖਾਨੇ ਦੀ ਹਾਲਤ ਮੇਰਾ ਖਿਆਲ ਆਪ ਹੀ ਦੇਖ ਲੈਣਾ ਕਿ ਕਿਸ ਤਰੀਕੇ ਚੋਂਦਾ ਹੇਠਲੀ ਮੰਜ਼ਿਲ ਤੱਕ ਨਿਕਲਦਾ ਸੀਵਰੇਜ ਉਹਦੇ ਵਿੱਚੋਂ। ਔਰ ਤੁਹਾਡਾ ਤਾਂ ਮਤਲਬ ਮੈਡੀਕਲ ਕਾਲਜ ਹੈ, ਰਜਿੰਦਰਾ ਹਸਪਤਾਲ, ਤੁਸੀਂ ਨਾਮ ਸਾਰਿਆਂ ਨੇ ਸੁਣਿਆ। ਸਾਰੇ ਜਦੋਂ ਕੁਝ ਹੋ ਜਾਂਦਾ ਤਾਂ ਉੱਥੇ ਹੀ ਪਹੁੰਚਦੇ ਆ ਕਿ ਬੜਾ ਵਧੀਆ ਹਸਪਤਾਲ ਹੈ। ਡਿਸਪੈਂਸਰੀਜ਼ ਦੇ ਵਿੱਚ ਤਾਂ ਅਸੀਂ ਆਪ ਹੀ ਦੇਖਿਆ, ਕਿਉਂਕਿ ਮੇਰੀ ਬੇਟੀ ਵੀ ਵਿੱਚ ਜਾਂਦੀ ਹੈ, ਹੋਰ ਵੀ ਕਈਆਂ ਥਾਵਾਂ ਤੇ ਸਾਡੀ ਸਟੂਡੈਂਟਸ ਜੋ ਨਿਕਲ ਕੇ ਜਾਂਦੇ ਨੇ ਉਹ ਆਪ ਹੀ ਦੱਸ ਦਿੰਦੇ ਨੇ ਕਿ ਕੀ ਹਾਲ ਹੈ। ਖਿੜਕੀਆਂ ਵੀ ਟੁੱਟੀਆਂ, ਦਰਵਾਜ਼ੇ ਵੀ ਕਈ ਥਾਈਂ ਟੁੱਟੇ ਤੇ ਵਾਕਈ ਹਾਲ ਬਹੁਤ ਮਾੜਾ ਜੀ। ਬਾਕੀ ਜਿਹੜੇ ਹਸਪਤਾਲਾਂ ਦੇ ਜਿਹੜੇ ਹਾਲਾਤ ਕੀ ਨੇ ਉਹ ਤੁਸੀਂ ਹਰ ਜ਼ਿਲ੍ਹੇ ਦੇ ਜਿਹੜੇ ਸਾਡੇ ਦਰਸ਼ਕ ਨੇ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ। ਅਗਲਾ ਵਾਅਦਾ ਜਿਹੜਾ ਡਾਕਟਰ ਸਾਹਿਬ ਇਹਦੇ ਨਾਲ ਮੈਨੂੰ ਲੱਗਦਾ ਇਹ ਸੁਣ ਕੇ ਵੀ ਤੁਸੀਂ ਹੱਸਣਾ ਹੈਗਾ, ਕਿਉਂਕਿ ਇਹਦੇ ਵਿੱਚ ਲਿਖਿਆ ਹੋਇਆ ਕਿ ਹਰ ਸਾਲ 55 ਸਾਲ ਤੋਂ ਵੱਧ ਜਿਹੜੇ ਪੰਜਾਬ ਦੇ ਨਾਗਰਿਕ ਨੇ ਉਹਨਾਂ ਦਾ ਰੈਗੂਲਰ ਹੈਲਥ ਚੈੱਕਅਪ ਹੋਏਗਾ, ਹਰ ਸਾਲ ਹੋਏਗਾ, ਤੇ ਡਾਇਬਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਰਟ ਡਿਸੀਜ਼, ਕੈਂਸਰ, ਇਹ ਸਾਰਾ ਚੈੱਕਅਪ ਹੋਏਗਾ। ਕਰਦੇ ਹੋ ਤੁਸੀਂ? ਦੇਖੋ ਜੀਰੀਐਟ੍ਰਿਕ ਕੇਅਰ ਅਸੀਂ ਇਹਨੂੰ ਗਿਣਦੇ ਹਾਂ। ਇੱਕ ਤਾਂ ਜਿਹੜੇ ਬਜ਼ੁਰਗ ਹੋ ਜਾਣ ਉਹਨਾਂ ਦੀ, ਕਿਉਂਕਿ ਬਹੁਤ ਸਾਰੀਆਂ ਪ੍ਰੋਬਲਮਸ ਨਾਲ ਜੂਝਦੇ ਹੁੰਦੇ ਨੇ, ਸੋ ਉਹਨਾਂ ਦੀ ਪੈਸਾ ਉਹਨਾਂ ਕੋਲ ਉਸ ਸਮੇਂ ਤੱਕ ਜਾ ਕੇ ਹੁੰਦਾ ਨਹੀਂ। ਸੋ ਉਹ ਹਾਲ ਜੋ ਉਹਨਾਂ ਦਾ ਮਾੜਾ ਇਸ ਵੇਲੇ ਹੈ, ਮੇਰਾ ਖਿਆਲ ਹੈ ਬਜ਼ੁਰਗਾਂ ਦਾ ਪਿੰਡਾਂ ਵਿੱਚ ਸਭ ਨੂੰ ਪਤਾ ਹੈ ਕਿ ਕਿੰਨਾ ਕੁ ਉਹਨਾਂ ਦੇ ਘਰ ਉਹਨਾਂ ਦੇ ਪਾਪਾ ਜੀ ਨੂੰ ਜਾਂ ਉਹਨਾਂ ਦੇ ਬਜ਼ੁਰਗਾਂ ਨੂੰ ਕਿੰਨੇ ਕੁ ਵਾਰ ਚੈਕਿੰਗ ਹੁੰਦੀ ਹੈ, ਕੀ ਕੁਝ ਫੈਸਿਲਿਟੀਜ਼ ਮਿਲਦੀਆਂ ਨੇ। ਮੈਂ ਸਬੂਤ ਹਾਂ ਡਾਕਟਰ ਸਾਹਿਬ, ਮੇਰੇ ਦਾਦੀ ਜੀ ਨੇ, ਮੇਰੇ ਦਾਦੀ ਜੀ ਦੀ ਉਮਰ ਤਾਂ 90 ਸਾਲ ਦੇ ਨੇੜੇ ਤੇੜੇ ਹੈ, ਤੇ ਮੇਰੇ ਫਾਦਰ ਸਾਹਿਬ ਉਹਨਾਂ ਦੀ ਉਮਰ ਵੀ 55 ਸਾਲ ਤੋਂ ਉੱਪਰ ਹੈ। ਸਾਡੇ ਘਰੇ ਕੋਈ ਨਹੀਂ ਆਇਆ ਕਦੇ। ਜੀ ਬਿਲਕੁਲ। ਤਾਂ ਮੈਂ ਇਸੇ ਕਰਕੇ ਕਿਹਾ ਵੀ ਮੈਂ ਜੀਰੀਐਟ੍ਰਿਕ ਕੇਅਰ ਦੀ ਜੋ ਅਸੀਂ ਹਾਲਤ ਦੇਖਦੇ ਹਾਂ ਤਰਸਯੋਗ ਹਾਲਤ ਹੈ, ਜਿਸ ਲਈ ਬਹੁਤ ਕੁਝ ਅਜੇ ਕਰਨ ਦੀ ਲੋੜ ਹੈ। ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਹੀ ਨਹੀਂ ਸਾਂਭ ਸਕਦੇ ਤਾਂ ਫਿਰ ਸਿਰਫ ਸਿਆਸਤਦਾਨਾਂ ਦੀਆਂ ਕੁਰਸੀਆਂ ਹੀ ਉਹ ਆਪਣੇ ਤੱਕ ਸੀਮਤ ਨੇ। ਪਰ ਗੱਲ ਇਹ ਹੈ ਕਿ ਅਸੀਂ ਹੀ ਕਿਤੇ ਨਾ ਕਿਤੇ ਕਸੂਰਵਾਰ ਹਾਂ। ਜਦ ਅਸੀਂ ਆਪ ਹੀ ਇਹ ਮੁੱਦੇ ਨਹੀਂ ਚੁੱਕੇ ਤਾਂ ਫਿਰ ਕਿਵੇਂ ਕੋਈ ਸਾਡੇ ਲਈ ਗੱਲ। ਦੇਖੋ ਨਾ, ਰੋਏ ਜਦ ਤੱਕ ਬੱਚਾ ਨਾ ਮਾਂ ਵੀ ਦੁੱਧ ਨਹੀਂ ਪਿਆਉਂਦੀ। ਸੋ ਜੇ ਅਸੀਂ ਇਹ ਮੁੱਦੇ ਹੀ ਨਹੀਂ ਚੁੱਕਣੇ ਤਾਂ ਫਿਰ ਕੌਣ। ਔਰ ਡਾਕਟਰ ਸਾਹਿਬ ਇਹ ਵੀ ਬੜੀ ਤਰਾਸਦੀ ਹੈ ਸਾਡੀ ਕਿ ਅਸੀਂ ਮੈਨੀਫੈਸਟੋ ਨੂੰ ਪੜ੍ਹਦੇ ਤੱਕ ਨਹੀਂ ਹੈਗੇ। ਹੁਣ ਸਾਨੂੰ ਬੜੇ ਦਰਸ਼ਕਾਂ ਦੇ ਫੋਨ ਆਉਂਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹ ਵਾਅਦੇ ਕੀਤੇ ਹੋਏ ਨੇ। ਇਹ ਤਾਂ ਵੀ ਤੁਸੀਂ ਇਹ ਮੁੱਦਾ ਚੁੱਕਿਆ, ਵਧੀਆ ਗੱਲ ਹੈ। ਸਾਨੂੰ ਵੀ ਪਤਾ ਲੱਗਦਾ ਵੀ ਸਾਡੇ ਨਾਲ ਆਹ ਵਾਅਦੇ ਹੋਏ ਸੀਗੇ। ਇਹ ਕਿੰਨਾ ਧੋਖਾ ਹੁੰਦਾ ਆ। ਸੋ ਡਾਕਟਰ ਸਾਹਿਬ ਅੱਗੇ ਹੈਗਾ ਜਿਹੜੇ ਕੈਮਿਸਟ ਤੇ ਫਾਰਮਾਸਿਸਟ, ਉਹਨਾਂ ਦੇ ਨਾਲ ਇਹ ਵਾਅਦੇ ਕੀਤੇ ਸੀ ਕਾਂਗਰਸ ਨੇ, 3 ਵਾਅਦੇ ਪੂਰੇ ਹੋਏ ਨੇ? ਦੇਖੋ ਜਿਹੜੇ ਡਰੱਗ ਲਾਇਸੈਂਸਿਸ ਇਸ਼ੂ ਹੁੰਦੇ ਨੇ, ਤੁਹਾਨੂੰ ਵੀ ਪਤਾ ਹੀ ਹੈ ਕਿ ਕਿਸ ਤਰੀਕੇ ਇਹੋ ਜਿਹੇ ਤੇ ਕਿਹੜੇ ਆਪਣਿਆਂ ਨੂੰ ਦਿੱਤੇ ਜਾਂਦੇ ਨੇ। ਜੇ ਰੇਤ ਮਾਫੀਆ, ਡਰੱਗ ਮਾਫੀਆ ਸਭ ਕੁਝ ਸਾਡੇ ਹੈ, ਤੇ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰੀਕੇ ਦੀ ਹਸਪੀਟਲ ਦੇ ਅੰਦਰ ਜਦੋਂ ਕੋਈ ਦੁਕਾਨ ਖੁੱਲਣੀ ਹੈ ਉਹ ਕਿਸ ਤਰ੍ਹਾਂ ਖੁੱਲਦੀ ਹੈ, ਜਾਂ ਕੋਈ ਈਵਨ ਚਾਹ ਪਾਣੀ ਲਈ ਵੀ ਜੇ ਖੁੱਲਣੀ ਹੈ ਦੁਕਾਨ ਉਹ ਵੀ ਕਿਵੇਂ ਖੁੱਲਦੀ ਹੈ, ਜਾਂ ਹਸਪੀਟਲਸ ਦੇ ਵਿੱਚ ਜੇ ਠੇਕੇ ਵੀ ਜਦੋਂ ਦਿੱਤੇ ਜਾਂਦੇ ਨੇ ਕਿਸ ਤਰੀਕੇ ਦੇ ਫੋਨ ਆਉਂਦੇ ਨੇ ਕਿ ਤੁਸੀਂ ਠੇਕੇ ਦਾ ਮੇਰਾ ਮਤਲਬ ਹੈ ਕਿ ਸ਼ਰਾਬ ਦਾ ਠੇਕਾ ਨਹੀਂ, ਬਿਲਕੁਲ ਗਲਤ ਨਾ ਸਮਝਿਓ, ਬਲਕਿ ਪਾਰਕਿੰਗ ਲੋਟਸ ਦਾ ਉਹ ਠੇਕਾ ਕਹਿੰਦੇ ਨੇ ਦੇਣਾ। ਉਹ ਵੀ ਕਿਸ ਤਰੀਕੇ ਤੇ ਕਿਹਨਾਂ ਦੇ ਰਿਸ਼ਤੇਦਾਰ ਉੱਥੇ ਬੈਠੇ ਨੇ ਇਹ ਸਭ ਨੂੰ ਪਤਾ ਹੀ ਹੈ। ਯਾਨੀ ਕਿ ਮਤਲਬ ਕੁਆਲੀਫਿਕੇਸ਼ਨ ਕੋਈ ਮੈਟਰ ਨਹੀਂ ਕਰਦੀ, ਨਹੀਂ ਸਿਰਫ ਤੁਹਾਡਾ ਕਿੰਨਾ ਕੁ ਸਾਂਝ ਹੈ ਸਿਆਸਤਦਾਨਾਂ ਨਾਲ, ਉਹ ਸਭ ਤੋਂ ਵੱਧ ਮੈਟਰ ਕਰਦੀ ਹੈ। ਤੇ ਨਾਲ ਹੀ ਇਹਨਾਂ ਨੇ ਕਿਹਾ ਸੀ ਦਵਾਈਆਂ ਜਿਹੜੀਆਂ ਹੈਗੀਆਂ ਉਹ ਸਹੀ ਰੇਟਾਂ ਤੇ ਦਿੱਤੀਆਂ ਜਾਣਗੀਆਂ। ਪਰ ਡਾਕਟਰ ਸਾਹਿਬ ਮੈਨੂੰ ਲੱਗਦਾ ਵੀ ਦੁਨੀਆ ਦੇ ਵਿੱਚ ਇੱਕੋ ਇੱਕ ਚੀਜ਼ ਇਹੋ ਜਿਹੀ ਹੈ ਜਿੱਥੇ ਤੁਸੀਂ ਰੇਟ ਨਹੀਂ ਕੱਟ ਕਰ ਸਕਦੇ। ਨਾ ਤੁਸੀਂ ਡਾਕਟਰ ਨਾਲ ਬਾਰਗੇਨਿੰਗ ਕਰ ਸਕਦੇ ਹੋ, ਨਾ ਤੁਸੀਂ ਕੈਮਿਸਟ ਤੇ ਜਾ ਕੇ ਦਵਾਈ ਦੀ ਬਾਰਗੇਨਿੰਗ ਕਰ ਸਕਦੇ ਹੋ। ਕਿੰਨਾ ਕੁ ਲੁੱਟ ਹੈ ਇੱਥੇ।
ਦੇਖੋ ਦਵਾਈਆਂ ਦੇ ਵਿੱਚ ਕਈ ਤਾਂ ਥਾਵੀਂ ਜੋ ਕਿ ਅਸੀਂ ਸਾਨੂੰ ਕਿਉਂਕਿ ਅਸੀਂ ਵਿੱਚ ਬੈਠੇ ਆ ਤਾਂ ਕਈ ਥਾਂ ਤੇ ਤਾਂ 300% ਤੱਕ ਉਹਦੇ ਚ ਮਾਰਜਨ ਹੁੰਦਾ ਹੈ ਕੁਝ ਦਵਾਈਆਂ ਟੀਕਿਆਂ ਵਿੱਚ, ਖਾਸ ਤੌਰ ਤੇ ਜਿਹੜੇ ਆਪਰੇਸ਼ਨ ਲਈ ਵਰਤੇ ਜਾਂਦੇ ਨੇ ਜਾਂ ਜਿਹੜੇ ਗਲੂਕੋਜ਼ ਚੜ੍ਹਦੇ ਨੇ ਜਾਂ ਉਹ ਤੁਸੀਂ ਆਈਵੀ ਸੈਟ ਜਾਂ ਇਹਨਾਂ ਸਾਰਿਆਂ ਵਿੱਚ ਬਹੁਤ ਜ਼ਿਆਦਾ ਮਾਰਜਨ ਹੁੰਦਾ ਜੇ, ਬਹੁਤ ਜ਼ਿਆਦਾ। ਕੁਝ ਟੌਪ ਦੀਆਂ ਜਿਹੜੀਆਂ ਕੰਪਨੀਆਂ ਨੇ ਇੰਟਰਨੈਸ਼ਨਲ, ਉਹਨਾਂ ਵਿੱਚ ਮਾਰਜਨ ਬਹੁਤ ਘੱਟ ਹੁੰਦਾ ਜੀ। ਪਰ ਬਾਕੀਆਂ ਦੇ ਵਿੱਚ ਤਾਂ ਇਹ ਸਮਾਨ ਖਾਸ ਕਰ ਆਪਰੇਸ਼ਨ ਵਿੱਚ ਤਾਂ ਤੁਹਾਨੂੰ ਜੇ ਟੋਟਲ ਤੁਹਾਡਾ ਉਹਨਾਂ ਨੇ 50,000 ਦਾ ਸਮਾਨ ਮੰਗਾ ਲਿਆ ਤਾਂ ਕੋਈ ਵੱਡੀ ਗੱਲ ਨਹੀਂ ਕਿ 25,000 ਤੱਕ ਦਾ ਤਾਂ ਉਹ 25-30,000 ਤਾਂ ਉਹ ਸਿਰਫ ਉਹਦਾ ਮਾਰਜਨ ਹੀ ਨਿਕਲ ਜਾਂਦਾ। ਸੋ ਬਹੁਤ ਜ਼ਿਆਦਾ ਮਾਰਜਨ ਨੇ। ਪਰ ਇਸ ਵੇਲੇ ਮੈਂ ਬੜੀ ਵੈਸੇ ਇਸ ਚੀਜ਼ ਤੇ ਖੁਸ਼ੀ ਹੁੰਦੀ ਹੈ ਕਿ ਸਾਡੇ ਹੀ ਕਈ ਵਿੱਚੋਂ ਉੱਠ ਕੇ ਤੇ ਜਿਨ੍ਹਾਂ ਨੇ 13 ਕਰਦਿਆਂ ਯਾਨੀ ਉਹਨਾਂ ਨੇ ਇਸ ਤਰ੍ਹਾਂ ਦਾ ਸਿਸਟਮ ਸ਼ੁਰੂ ਕੀਤਾ ਜਿਨ੍ਹਾਂ ਨੇ ਘੱਟ ਰੇਟ ਤੇ ਦਵਾਈਆਂ ਮੁਹੱਈਆ ਕਰਵਾਈਆਂ। ਸੋ ਜੇ ਇਸੇ ਤਰੀਕੇ ਅਸੀਂ ਹੋਰ ਵੀ ਵੱਡੀ ਗਿਣਤੀ 'ਚ ਸ਼ੁਰੂ ਕਰ ਸਕੀਏ ਤਾਂ ਵਾਕਈ ਇਹ ਬਹੁਤ ਵੱਡੀ ਸੇਵਾ ਹੋਏਗੀ। ਜੀ ਡਾਕਟਰ ਸਾਹਿਬ, ਅਗਲਾ ਵਾਅਦਾ ਕਮਿਊਨਿਟੀ ਮੈਡੀਕਲ ਸਰਵਿਸ ਦੇ ਲਈ ਸਰਕਾਰ ਹੈ ਜਿਹੜੀ ਉਹ ਇਹ ਕੁਝ ਕਰੇਗੀ। ਮਿਨੀਮਮ ਟ੍ਰੇਨਿੰਗ ਹੈ ਜਿਹੜੀ ਉਹ 2 ਸਾਲ ਦੀ ਦਿੱਤੀ ਜਾਏਗੀ ਵੋਲੰਟੀਅਰਸ ਨੂੰ ਵੈਸਟ ਬੰਗਾਲ ਦੀ ਤਰਜ਼ ਦੇ ਉੱਤੇ। ਆਪਾਂ ਉਮੀਦ ਕਰਦੇ ਹਾਂ ਕਿ ਅਗਲੀ ਸਰਕਾਰ ਸ਼ਾਇਦ ਇਹ ਪਿਕਅਪ ਕਰਕੇ ਤੇ ਇਹਨੂੰ ਅੱਗੋਂ ਤੋਰ ਸਕੇ, ਵਰਨਾ ਹਾਲੇ ਤੱਕ ਜੇ ਟ੍ਰੇਨਿੰਗ ਵੀ ਦਿੱਤੀ ਹੈ ਤਾਂ ਉਹ ਡਾਂਗਾ ਹੀ ਖਾ ਰਹੇ ਨੇ ਸੜਕਾਂ ਤੇ, ਜਿਹੜੇ ਬੈਠੇ ਨੇ ਉਹਨਾਂ ਨੂੰ ਲਾਇਆ ਨਹੀਂ ਜੇ ਗਿਆ। ਜੀ ਬਿਲਕੁਲ। ਸੋ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਜਿਹੜੀ, ਉਹਦੇ ਰਾਹੀਂ ਕੀ ਕੁਝ ਕੀਤਾ ਜਾਊਗਾ ਪੰਜਾਬ ਦੇ ਵਿੱਚ ਹੁਣ, ਇਹ ਕੀ ਕੁਝ ਹੋਇਆ ਉਹ ਆਪਾਂ ਜ਼ਰੂਰ ਦੱਸੀਏ। ਦੇਖੋ ਉਹਦੇ ਵਿੱਚ ਕਲੀਅਰ ਕੱਟ ਇਹਨਾਂ ਨੇ ਲਿਖਿਆ ਕਿ ਡਾਕਟਰਸ ਕੈਨ ਵਰਕ ਵਿਦਆਊਟ ਐਨੀ ਫੀਅਰ ਔਰ ਥ੍ਰੈਟਸ। ਜਿੰਨਾ ਕੁ ਡਾਕਟਰਾਂ ਨੂੰ ਕੁੱਟਿਆ ਗਿਆ ਇਸ ਦੌਰਾਨ ਜਾਂ ਜਿੰਨੇ ਕੁ ਉਹਨਾਂ ਨੂੰ ਧਮਕੀਆਂ ਮਿਲੀਆਂ ਨੇ, ਉਹਦੇ ਵਿੱਚ ਵੀ ਮੇਰਾ ਖਿਆਲ ਖਬਰਾਂ ਹੀ ਛਪ ਚੁੱਕੀਆਂ। ਮੈਂ ਕਰੋਨਾ ਚ ਵੀ ਕਾਫੀ ਹੋਇਆ। ਡਾਕਟਰਾਂ ਨੂੰ ਕਿੰਨੀ ਕੁ ਉਹਨਾਂ ਨੇ ਸੇਫਟੀ ਦਿੱਤੀ, ਜਿਸ 'ਚ ਸਾਡੇ ਆਪਣੇ ਹਸਪੀਟਲ ਦੇ ਵਿੱਚ ਆਕਸੀਜਨ ਸਿਲੰਡਰ ਚੁੱਕ ਕੇ ਸਾਡੇ ਸਟੂਡੈਂਟ ਨੂੰ ਮਾਰਨ ਤੱਕ ਵੀ ਗਏ, ਪਰ ਉਹਦੇ ਤੇ ਕੁਝ ਵੀ ਨਹੀਂ ਕੀਤਾ ਗਿਆ। ਉਹਨੂੰ ਲੈ ਕੇ ਉੱਥੋਂ ਗਏ ਤੇ ਛੱਡ ਦਿੱਤਾ ਗਿਆ ਕਿਉਂਕਿ ਉਹਦਾ ਕੋਈ ਕਨੈਕਸ਼ਨ ਉੱਪਰ ਤੱਕ ਸੀ। ਸੋ ਇਸ ਤਰੀਕੇ ਦੇ ਸਾਡੇ ਤਾਂ ਥ੍ਰੈਟਸ ਇੰਨੇ ਕੁ ਕਾਮਨ ਨੇ ਕਿ ਮੈਨ ਹੈਂਡਲਿੰਗ ਵੀ ਹੁੰਦੀ ਹੈ, ਧੱਕੇ ਤੱਕ ਮਾਰ ਜਾਂਦੇ ਨੇ, ਮਾੜੀ ਸ਼ਬਦਾਵਲੀ ਵਰਤਦੇ ਨੇ ਉਹ ਇੰਨਾ ਕੁ। ਕਿਉਂਕਿ ਮੈਂ ਦੇਖੋ ਗੱਲ ਦੋਨੋਂ ਪਾਸੇ ਦੀ ਆਪਾਂ ਬਰਾਬਰ ਦਾ ਕਰੀਏ ਕਿ ਕਈ ਵਾਰ ਡਾਕਟਰ ਓਵਰਵਰਕਡ ਨੇ ਕਿਉਂਕਿ ਉੱਥੇ ਘੱਟ ਨੇ, ਉਹ ਵੀ ਮੈਂ ਮੰਨਦੀ ਆ ਵੀ ਕਈ ਵਾਰ ਡਿਪਰੈਸ ਹੋ ਜਾਂਦੇ ਨੇ, ਖਿੱਚ ਜਾਂਦੇ ਨੇ ਜਾਂ ਕਦੇ ਹੋ ਜਾਂਦੇ ਨੇ। ਉਹ ਬੰਦਾ ਵੀ ਜਿਹੜਾ ਕੋਈ ਆਇਆ ਹੁੰਦਾ ਆਪ ਤਕਲੀਫ 'ਚ ਹੈ, ਹੋ ਸਕਦਾ ਘਰ 'ਚ ਛੱਤ ਵੀ ਚੋਂਦੀ, ਉਹਦੀ ਤਨਖਾਹ ਵੀ ਨਹੀਂ ਆਈ ਹੋਈ, ਬੱਚਾ ਦੁਖੀ ਕਰ ਰਿਹਾ। ਸੋ ਉਹ ਦੋਨੋਂ ਪਾਸੇ ਦੀ ਜਿਵੇਂ ਕਹਿ ਲਓ ਕਿ ਇੱਕ ਫਰਸਟ੍ਰੇਸ਼ਨ ਨਿਕਲ ਜਾਂਦੀ ਹੈ ਕਿਉਂਕਿ ਜੇ ਮਤਲਬ ਸਾਰੇ ਡਾਕਟਰਾਂ ਦੀਆਂ ਅਸਾਮੀਆਂ ਸਾਰੀਆਂ ਭਰੀਆਂ ਹੋਣ ਫਿਰ ਇਹ ਸਮੱਸਿਆ ਸ਼ਾਇਦ ਨਾ। ਬਿਲਕੁਲ। ਮੈਂ ਐਗਜ਼ਾਮਪਲ ਦੱਸਦੀ ਹਾਂ, ਜਿਵੇਂ ਮੇਰੇ ਹੀ ਕਲਾਸ ਫੈਲੋ ਜੋ ਇਸ ਵੇਲੇ ਅਮਰੀਕਾ 'ਚ ਬੈਠੇ ਨੇ, ਉਹ ਕਹਿਣਗੇ ਕਿ ਅਸੀਂ ਤਾਂ ਦਿਨ ਦੇ 8 ਮਰੀਜ਼ ਦੇਖੇ, ਏਸੀ ਕਮਰੇ ਸੀ, ਬੜਾ ਫਸਟ ਕਲਾਸ, ਅਸੀਂ ਉੱਥੇ ਦੇਖ ਕੇ ਤੇ 8 ਮਰੀਜ਼ਾਂ ਨਾਲ ਅਸੀਂ ਵਿਹਲੇ ਹੋ ਗਏ। ਹੁਣ ਜ਼ਰਾ ਸਾਡਾ ਹਾਲ ਦੇਖੋ ਕਿ ਮੇਰੇ ਕਮਰੇ ਵਿੱਚ ਨਾ ਤਾਂ ਜੇ ਪੱਖਾ ਨਹੀਂ ਚੱਲ ਰਿਹਾ, ਬਿਜਲੀ ਵੀ ਨਹੀਂ ਹੈ, ਤਾਂ ਗਰਮੀ 'ਚ ਪਸੀਨੇ ਚੋਂਦੇ ਦੇ ਵਿੱਚ ਅਸੀਂ ਬੈਠੇ ਹਾਂ ਤੇ ਤੁਹਾਡੇ ਤੇ 100 ਮਰੀਜ਼ ਯਾਨੀ ਚਫੇਰਿਓਂ ਘੇਰ ਕੇ ਬੈਠਾ ਹੋਵੇ ਤਾਂ ਤੁਸੀਂ ਕਿਸ ਹਾਲ ਵਿੱਚ ਉਹਨਾਂ ਨੂੰ ਕਿਵੇਂ ਦੇਖੋਗੇ, ਜਿੱਥੇ ਨਾ ਤੁਹਾਨੂੰ ਪਾਣੀ ਪੀਣ ਨੂੰ ਮਿਲਦਾ, ਨਾ ਕੋਈ ਉੱਥੇ ਚੱਜ ਦੀ ਕੁਰਸੀ ਵੀ ਟੁੱਟੀ ਹੁੰਦੀ ਹੈ ਜਿਹਨੂੰ 6 ਵਾਰ ਸੈੱਟ ਕਰਕੇ ਬੈਠਦੇ ਆ, ਡਿੱਗ ਨਾ ਜਾਈਏ। ਤੇ ਇਸ ਹਾਲ ਵਿੱਚ ਅਸੀਂ ਕੀ ਐਕਸਪੈਕਟ ਕਰਦੇ ਆ ਦੋਨੋਂ ਪਾਸਿਓਂ। ਜੀ ਤੇ ਜਿਹੜੀਆਂ ਡਾਕਟਰ ਸਾਹਿਬ ਇਹ ਹੈਲਥ ਯੋਜਨਾਵਾਂ, ਸਿਹਤ ਯੋਜਨਾਵਾਂ, ਰਿਵਿਊ ਆਫ ਕੈਸ਼ਲੈਸ ਹੈਲਥ ਸਕੀਮਸ, ਇਹਦੇ ਵਿੱਚ ਕੀ ਕੁਝ ਹੋਇਆ ਹੈ? ਦੇਖੋ ਇੱਕ ਮੈਂ ਜ਼ਰੂਰ ਸਿਫਤ ਕਰਨਾ ਚਾਹੁੰਦੀ ਹਾਂ। ਹੁਣ ਤੁਸੀਂ ਕਹੋਗੇ ਕਿਸੇ ਪਾਰਟੀ ਵੱਲ ਮੈਂ ਬਿਲਕੁਲ ਨਹੀਂ ਆ, ਪਰ ਇੱਕ ਅਕਾਲੀ ਗਵਰਨਮੈਂਟ ਵੇਲੇ ਇੱਕ ਚੀਜ਼ ਜੋ ਕਿ ਪੂਰੇ ਹਿੰਦੁਸਤਾਨ 'ਚ ਨਹੀਂ ਹੈ, ਸਾਡੇ ਕੈਂਸਰ ਦੇ ਪੇਸ਼ੈਂਟਸ ਲਈ ਫ੍ਰੀ ਸਕੀਮ ਸ਼ੁਰੂ ਹੋਈ ਸੀ। ਠੀਕ ਹੈ। ਜੋ ਕਿ ਹੁਣ ਤੱਕ ਵੀ ਪੂਰੇ ਭਾਰਤ ਵਿੱਚ ਸਿਰਫ ਹੈ ਹੀ ਨਹੀਂ ਸਿਵਾਏ ਪੰਜਾਬ 'ਚੋਂ। ਅੱਛਾ। ਸੋ ਉਹ ਸਾਡੀ ਬਹੁਤ ਇੱਕ ਵਧੀਆ ਹੁਣ ਤੱਕ ਜੋ ਮੈਂ ਮੰਨਦੀ ਹਾਂ ਕਿ ਅਜੇ ਤੱਕ ਵੀ ਚੱਲ ਰਹੀ ਹੈ, ਜਿਸ 'ਚ ਉਸ ਬਿਮਾਰੀ ਨਾਲ ਜੂਝਦੇ ਹਾਂ ਸਾਨੂੰ ਇਹ ਫਾਇਦਾ ਮਿਲ ਰਿਹਾ। ਪਹਿਲਾਂ ਜ਼ਰੂਰ ਰੈਗੂਲਰ ਸੀ, ਹੁਣ ਅਫਸੋਸ ਕਿ ਉਹਨੂੰ ਯਾਨੀ ਉਹ ਕਹਿ ਤਾਂ ਕੈਸ਼ਲੈਸ ਦਿੱਤਾ, ਪਰ ਉਹ ਕਹਿੰਦੇ ਨੇ ਪਹਿਲਾਂ ਆਪਣਾ ਖਰਚੋ। ਇਹ ਮੈਂ ਹੁਣ ਮੌਜੂਦਾ ਹਾਲਤ ਦੱਸ ਰਹੀ ਹਾਂ ਵੀ ਪਹਿਲਾਂ ਆਪਣਾ ਖਰਚੋ, ਫਿਰ ਤੁਹਾਡੇ ਬਾਅਦ ਵਿੱਚ ਇਹ ਖਾਤੇ 'ਚ ਆਏਗਾ। ਖਾਤੇ 'ਚ ਇਹ ਬੜੀ ਮਾੜੀ ਗੱਲ ਹੈ। ਉਹ ਫਿਰ 1.5 2 ਸਾਲ ਹੋ ਚੁੱਕੇ, ਖਾਤਿਆਂ ਵਿੱਚ ਆਇਆ ਹੀ ਨਹੀਂ। ਕਈ ਤਾਂ ਵਿਚਾਰੇ ਪੂਰੇ ਹੋ ਗਏ, ਮਰ ਵੀ ਚੁੱਕੇ ਨੇ, ਤੇ ਇਹ ਅਜੇ ਉਹ ਪੈਂਡਿੰਗ ਚੱਲ ਰਹੇ ਨੇ। ਸੋ ਐਡਵਾਂਸ ਵਾਲਾ ਜੋ ਪਹਿਲਾਂ ਪਹੁੰਚ ਜਾਂਦਾ ਸੀ ਉਹ ਹੁਣ
ਨਹੀਂ ਹੈ ਇਸ ਵੇਲੇ, ਉਹ ਬੰਦ ਕਰ ਦਿੱਤਾ ਗਿਆ ਜਾਂ ਪੈਸੇ ਨਹੀਂ ਨੇ, ਮੈਂ ਨਹੀਂ ਦੱਸ ਸਕਦੀ ਜੀ। ਪਰ ਦੂਸਰੇ ਪਾਸੇ ਜਿਹੜੇ ਹੈਪੇਟਾਈਟਸ ਬੀ, HIV, ਟਿਊਬਰਕਲੋਸਿਸ ਲਈ, ਹੈਪੇਟਾਈਟਸ ਸੀ ਲਈ, ਜੋ ਕਿ ਕਾਫੀ ਇਹਨਾਂ ਦਾ ਵੀ ਖਰਚਾ ਹੈ, ਉਹ ਜ਼ਰੂਰ ਸਾਡੇ ਇਸ ਵੇਲੇ ਫ੍ਰੀ ਟ੍ਰੀਟਮੈਂਟ ਚੱਲ ਜੀ। ਚਲੋ ਕੁਛ ਨਾ ਕੁਛ ਤਾਂ ਹੈ, ਵਧੀਆ ਲੱਗਿਆ ਸੁਣ ਕੇ। ਤੇ ਇੱਕ ਪ੍ਰਾਈਵੇਟ ਹਸਪਤਾਲਾਂ ਦੇ ਲਈ ਵੀ ਵਾਅਦਾ ਕੀਤਾ ਸੀ ਕਿ ਇਨਸੈਂਟਿਵਸ ਉਹਨਾਂ ਨੂੰ ਦਿੱਤੇ ਜਾਣਗੇ, ਜਿਵੇਂ ਕਿ ਜਿਹੜੀ ਬਿਜਲੀ ਸਸਤੀ ਹੋਊਗੀ, ਜਾਂ ਫਿਰ ਜਿਹੜੀ ਉਹਨਾਂ ਨੂੰ ਜਿੱਥੇ ਉਹਨਾਂ ਨੇ ਹਸਪਤਾਲ ਬਣਾਉਣੇ ਆ ਜ਼ਮੀਨ ਸਸਤੀ ਮਿਲੂਗੀ, ਪ੍ਰਾਪਰਟੀ ਟੈਕਸ ਰੇਟ ਨੇ ਜਿਹੜੇ ਉਹ ਘੱਟ ਕੀਤੇ ਜਾਣਗੇ। ਪ੍ਰਾਈਵੇਟ ਵਾਲਿਆਂ ਨੂੰ ਤਾਂ ਮੈਨੂੰ ਲੱਗਦਾ ਵੀ ਕੁਛ ਨਾ ਕੁਛ ਦਿੱਤੀਆਂ ਹੋਣੀਆਂ ਸਹੂਲਤਾਂ ਡਾਕਟਰ ਸਾਹਿਬ। ਜੀ, ਪਰ ਉਹ ਵੀ ਤਾਂ ਜਦੋਂ ਤੁਸੀਂ ਦੇਖਿਆ ਹੋਏਗਾ ਕਿ ਉਹ ਸਟ੍ਰਾਈਕ ਤੇ ਹੀ ਤੁਰ ਗਏ ਸਨ ਕਿ ਸਰਕਾਰ ਨੇ ਕਿਹਾ ਤੁਹਾਨੂੰ ਪੈਸੇ ਦਵਾਂਗੇ, ਤੁਸੀਂ ਕੋਵਿਡ ਦੇ ਸੰਭੋ, ਅਸੀਂ ਬਾਕੀ ਦਾ ਅਸੀਂ ਦਵਾਂਗੇ, ਤੁਸੀਂ ਘੱਟ ਰੇਟਾਂ ਤੇ ਕਰ ਦਿਓ। ਸੋ ਉਹ ਵੀ ਅਲਟੀਮੇਟਲੀ ਉਹਨਾਂ ਨੂੰ ਸਟ੍ਰਾਈਕ ਤੇ ਹੀ ਨਿਕਲਣਾ ਪਿਆ ਸੀ ਕਿ ਸਾਨੂੰ ਕੁਝ ਵੀ ਨਹੀਂ ਦੇ ਰਹੇ, ਅਸੀਂ ਇਸ ਤਰ੍ਹਾਂ ਕਰਨਾ ਹੀ ਨਹੀਂ। ਸੋ ਉਹ ਫਸੇ ਹੋਏ, ਜਿਵੇਂ ਉਹਨਾਂ ਨੇ ਕੁਝ ਨਾ ਕੁਝ ਉਹਨਾਂ ਨੂੰ ਜ਼ਰੂਰ ਦਿੱਤਾ ਜੇ ਇਸ ਪੱਖੋਂ, ਉਹ ਵੀ ਕਿਉਂਕਿ ਉਹਨਾਂ ਨੂੰ ਨਿਕਲਣਾ ਪਿਆ ਸਟ੍ਰਾਈਕ ਤੇ, ਫਿਰ ਜ਼ਰੂਰ ਇਨਸੈਂਟਿਵਸ ਮਿਲੇ ਨੇ। ਤੇ ਡਾਕਟਰ ਸਾਹਿਬ ਜਿਹੜੀ ਪੰਜਾਬ ਮੈਡੀਕਲ ਰਜਿਸਟ੍ਰੇਸ਼ਨ ਐਕਟ 1916 ਬਣਿਆ ਹੋਇਆ, ਇਹ ਕੀ ਕੰਮ ਕਰਦਾ ਹੈ? ਦੇਖੋ, ਇਹਨਾਂ ਦਾ ਕੰਮ ਹੁੰਦਾ ਹੈ ਕਿ ਡਾਕਟਰਸ ਜੇ ਕੋਈ ਗਲਤ ਪਾਸੇ ਨੂੰ ਗਲਤ ਕੋਈ ਚੀਜ਼ ਕਰਨ ਲੱਗ ਗਿਆ, ਕੋਈ ਲੁੱਟ ਖਸੁੱਟ ਕਰਨ ਲੱਗ ਗਿਆ, ਜਾਂ ਆਪਣੇ ਪੇਸ਼ੇ ਤੋਂ ਨਾਲ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ, ਸੋ ਉਹਦੀ ਤੇ ਫਿਰ ਉਹਦੀ ਰੈਗੂਲਰ ਕਿ ਉਹ ਇਨ ਟੱਚ ਵਿਦ ਸਟੱਡੀਜ਼ ਰਹੇ, ਉਹਦੀ ਈਅਰਲੀ ਉਹਦੀ ਰਜਿਸਟ੍ਰੇਸ਼ਨ ਵੀ ਹੁੰਦੀ ਰਵੇ। ਇਹਦੇ ਵਿੱਚ ਵੀ ਜੀ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਝਾਤ ਮਾਰ ਕੇ ਕਿ ਜਿੰਨੇ ਜਣੇ ਇਹਦੇ 'ਚ ਜੋੜੇ ਗਏ ਨੇ, ਉਹ ਇੱਕ ਇੱਕ ਦਾ ਤੁਸੀਂ ਕਨੈਕਸ਼ਨ ਪਿੱਛੋਂ ਵੇਖ ਸਕਦੇ ਹੋ, ਹਾਈਲੀ ਕਨੈਕਟਡ ਨੇ। ਸੋ ਉਹਨਾਂ ਨੂੰ ਹੀ ਬਿਠਾ ਦਿੱਤਾ ਗਿਆ ਕਿ ਆਪਣੇ ਢੰਗ ਤਰੀਕੇ ਨਾਲ ਹੀ ਸਾਰਾ ਕੁਝ ਚਲਾਇਆ ਜਾ ਸਕੇ। ਜੀ। ਸੋ ਡਾਕਟਰ ਸਾਹਿਬ, ਆਖਰੀ ਜਿਹੜਾ ਵਾਅਦਾ ਹੈਗਾ, ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ, ਉਹ ਬਣੀ ਹੈ ਕਿ ਨਹੀਂ ਬਣੀ, ਕੰਮ ਕਰਦੀ ਹੈ, ਉਹ ਆਪਾਂ ਅੱਗੇ ਚੱਲਾਂਗੇ। ਕੋਆਰਡੀਨੇਸ਼ਨ ਕਮੇਟੀ ਹੈ ਜਿਹੜੀ, ਉਹ ਇਹਨਾਂ ਨੇ ਕਿਹਾ ਕਿ IMA ਪੰਜਾਬ ਰਿਪਰੈਜ਼ੈਂਟੇਟਿਵਸ ਦੀ ਜਿਹੜੀ ਉਹਨਾਂ ਦੇ ਅਹੁਦੇਦਾਰਾਂ ਦੀ ਬਣੂਗੀ, ਤੇ ਸਟੇਟ ਦਾ ਜਿਹੜਾ ਹੈਲਥ ਮਿਨਿਸਟਰ ਹੈ, ਸਿਹਤ ਮੰਤਰੀ, ਉਹਦੇ ਨਾਲ ਰਾਬਤੇ ਦੇ ਵਿੱਚ ਰਹੇਗੀ। ਕੋਆਰਡੀਨੇਸ਼ਨ ਕਮੇਟੀ ਜ਼ਰੂਰ ਹੈ, ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਿਹੜੇ ਆਲਰੇਡੀ ਮੈਂਬਰਸ ਤੁਸੀਂ ਬਣਾ ਹੀ ਇਸ ਤਰੀਕੇ ਦੇ ਦਿਓਗੇ ਕਿ ਜਿਹੜੇ ਤੁਹਾਡੇ ਉੱਪਰ ਤੱਕ ਕਨੈਕਟਡ ਹੋਣਗੇ, ਸੋ ਉਹ ਇੱਕ ਸਾਂਝੀ ਟੀ ਪਾਰਟੀ ਕਰ ਲੈਣਗੇ, ਪਰ ਉਹਦੇ ਨਾਲ ਕੀ ਸਮਾਜ ਦਾ ਠੀਕ ਹੋਇਆ ਜਾਂ ਕੀ ਕਮਿਊਨਿਟੀ, ਡਾਕਟਰ ਕਮਿਊਨਿਟੀ 'ਚ ਠੀਕ ਹੋਇਆ, ਜਾਂ ਕਿਸ ਤਰੀਕੇ ਦੇ ਅਸੀਂ ਪੋਜ਼ਿਟਿਵ ਆਊਟਕਮਸ ਦੇਖ ਰਹੇ ਹਾਂ, ਇਹ ਮੇਰਾ ਖਿਆਲ ਹੈ ਮੇਰੇ ਸੁਣਨ ਵਾਲੇ ਵੀਰ ਭੈਣ ਜ਼ਿਆਦਾ ਸਿਆਣੇ ਨੇ, ਦੇਖ ਸਕਣਗੇ ਕੀ ਕੁਝ ਬਿਹਤਰ ਉਹਨਾਂ ਨੂੰ ਹੋਇਆ ਲੱਭਿਆ। ਪਰ ਡਾਕਟਰਸ ਦੀਆਂ ਪ੍ਰੋਬਲਮਸ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ, ਆਮ ਡਾਕਟਰਾਂ ਦੀਆਂ ਜਿਨ੍ਹਾਂ ਦੇ ਕਨੈਕਸ਼ਨਸ ਨਹੀਂ ਹਨ, ਉਹ ਤਾਂ ਮੁਸ਼ਕਲਾਂ ਨਾਲ ਹੀ ਜੂਝ ਰਹੇ ਨੇ। ਬਿਲਕੁਲ ਬਿਲਕੁਲ। ਸੋ ਇਹ ਸਾਰੇ ਜਿਹੜੇ ਵਾਅਦੇ ਨੇ ਜਿਹੜੇ ਉਹ ਸਿਹਤ ਦੇ ਖੇਤਰ ਦੇ ਵਿੱਚ ਕਾਂਗਰਸ ਪਾਰਟੀ ਨੇ ਕੀਤੇ ਸੀ ਤੇ ਕਾਂਗਰਸ ਪਾਰਟੀ ਨੇ ਸਰਕਾਰ ਬਣਾਈ ਸੀ, ਪਰ ਇਹਨਾਂ ਦੇ ਵਿੱਚੋਂ ਕਿੰਨੇ ਪੂਰੇ ਹੋਏ ਨੇ, ਸਾਰੀ ਗੱਲਬਾਤ ਸੁਣ ਕੇ ਤੁਸੀਂ ਆਪ ਨਿਰਣਾ ਕਰ ਸਕਦੇ ਹੋ। ਸੋ ਡਾਕਟਰ ਸਾਹਿਬ, ਹੁਣ ਆਪਾਂ ਥੋੜੀ ਜਿਹੀ ਗੱਲ ਇਹ ਤੇ ਵੀ ਕਰ ਲਈਏ ਕਿ ਸਿਹਤ ਦੇ ਮੁੱਦੇ ਕਿਹੜੇ ਪੰਜਾਬੀਆਂ ਨੂੰ ਰੱਖਣੇ ਚਾਹੀਦੇ ਨੇ। ਵੋਟਾਂ ਦਾ ਸਮਾਂ ਹੈਗਾ, ਸਾਰੇ ਹੁਣ ਡੋਰ ਟੂ ਡੋਰ ਜਾ ਰਹੇ ਨੇ ਲੀਡਰ। ਸਿਹਤ ਨੂੰ ਲੈ ਕੇ ਕੀ ਕੁਝ ਹੋਣ ਦੀ ਲੋੜ ਹੈ ਪੰਜਾਬ ਦੇ ਵਿੱਚ ਕਿ ਪੰਜਾਬ ਮੁੜ ਤੋਂ ਤੰਦਰੁਸਤ ਹੋਵੇ, ਸਿਹਤ ਸਹੂਲਤਾਂ ਸਹੀ ਮਿਲਣ? ਜੀ ਦੇਖੋ, ਪਹਿਲੀ ਚੀਜ਼ ਤਾਂ ਸਾਡੇ ਕੋਲ ਡਾਕਟਰਸ ਹੀ ਹੋਣੇ ਜ਼ਰੂਰੀ ਨੇ ਜੇ ਅਸੀਂ ਸਿਹਤ ਸਹੂਲਤਾਂ ਠੀਕ ਦੇਣੀਆਂ। ਸੋ ਪਹਿਲਾਂ ਤਾਂ ਸਾਡੇ ਡਾਕਟਰਸ ਰਿਕਰੂਟ ਕਰੀਏ ਜਿਹੜੇ ਕਿ ਬਾਹਰ ਭੱਜਣ ਨੂੰ ਤਿਆਰ ਨੇ, ਕਿਉਂਕਿ ਇੱਥੇ ਨੌਕਰੀਆਂ ਹੀ ਨਹੀਂ ਉਹਨਾਂ ਲਈ। ਤੇ ਸਾਡੀਆਂ ਸਟਾਫ ਨਰਸਿਸ ਬਹੁਤ ਮਿਹਨਤ ਕਰਦੀਆਂ ਨੇ, ਵਿਚਾਰੀਆਂ ਛੱਤਾਂ ਤੋਂ ਕੁੱਦਣ ਤੱਕ ਦੀ ਹਾਲਤ ਤੱਕ ਗਈਆਂ, ਇੰਨੇ 1.5 ਸਾਲ ਉਹ ਵਿਚਾਰੀਆਂ ਧਰਨਿਆਂ ਤੇ ਬੈਠੀਆਂ, ਤੇ ਉਹ ਘਾਟ ਅਜੇ ਵੀ ਰੜਕਦੀ ਜੇ। ਸਾਡੇ ਕੋਲ ਕਈ ਵਾਰ ਰਾਤ ਦੀ ਡਿਊਟੀ ਵਿੱਚ ਕੋਈ ਸਟਾਫ ਨਰਸ ਹੁੰਦੀ ਹੀ ਨਹੀਂ, ਉਹ ਵੀ ਮਜਬੂਰ ਕਰ ਦਿੱਤੀਆਂ ਨੇ ਕਿ ਬਾਹਰ ਤੁਰਨ ਹੋਰ ਮੁਲਕਾਂ ਵਿੱਚ। ਸਾਡੇ ਦਰਜਾ 4 ਕਰਮਚਾਰੀ ਜਿਨ੍ਹਾਂ ਤੋਂ ਬਗੈਰ ਸੰਭਵ ਹੀ ਨਹੀਂ ਕੋਈ ਹਸਪੀਟਲ ਤੁਰ ਸਕੇ, ਉਹਨਾਂ ਦੀ ਘਾਟ ਰੜਕਦੀ। ਉਹ ਵਿਚਾਰਿਆਂ ਨੇ 5 ਦੇ 5 ਸਾਲ ਸੜਕਾਂ ਤੇ ਹੀ ਕੱਢੇ ਨੇ। ਸਾਡੇ ਫਾਰਮਾਸਿਸਟ, ਜ਼ਰਾ ਆ ਕੇ ਦੇਖਿਓ ਰਜਿੰਦਰਾ ਹਸਪੀਟਲ ਵਿੱਚ, ਤੁਹਾਨੂੰ ਸਮਝ ਆ ਜਾਏਗੀ ਕਿ ਕਿੰਨੀ ਜ਼ਬਰਦਸਤ ਘਾਟ ਹੈ। 10 ਕੁ ਜਣੇ ਹੀ ਨੇ ਜਿਨ੍ਹਾਂ ਨੇ ਮਾਰਨਿੰਗ, ਈਵਨਿੰਗ, ਨਾਈਟ ਉੱਥੇ ਐਮਰਜੈਂਸੀ ਵਿੱਚ ਵੀ ਕਰਨੀ ਹੈ, ਜਿਨ੍ਹਾਂ ਨੇ ਅਲੱਗ-ਅਲੱਗ ਡਰੱਗ ਸਟੋਰਸ ਜਿੱਥੋਂ ਦਵਾਈਆਂ ਇਸ਼ੂ ਹੋਣੀਆਂ ਨੇ ਜਾਂ ਜਿੱਥੇ ਅੱਗੇ ਪਹੁੰਚਾਣੀਆਂ ਨੇ, ਪੂਰਾ ਕੋਵਿਡ ਦੀਆਂ ਡਿਊਟੀਆਂ ਵੱਖ ਕਰਨੀਆਂ ਨੇ। 10 ਜਣਿਆਂ ਤੋਂ ਕਰਾ ਕੇ ਦਿਖਾ ਦਿਓ ਮੈਨੂੰ ਇੰਨੇ ਥਾਂ ਤੇ, ਪਰ ਨਹੀਂ ਰਿਕਰੂਟਮੈਂਟ ਹੋ ਰਹੀ।
ਯੰਗ ਸਾਡੇ ਫਾਰਮਾਸਿਸਟ ਮਜਬੂਰ ਹੋਏ ਪਏ ਨੇ ਬਾਹਰ ਹੋਰ ਸੂਬਿਆਂ 'ਚ ਜਾਣ ਨੂੰ। ਸੋ ਜਦ ਤੱਕ ਅਸੀਂ ਇਹ ਪਹਿਲਾਂ ਤਾਂ ਕੰਮ ਕਰਨ ਵਾਲਿਆਂ ਦੀ ਘਾਟ ਨਹੀਂ ਪੂਰੀ ਕਰਦੇ ਉਦੋਂ ਤੱਕ ਸੰਭਵ ਨਹੀਂ। ਤੇ ਫਿਰ ਹਰ ਥਾਂ ਤੇ ਦੇਖੋ ਐਂਬੂਲੈਂਸਸ ਨੇ ਲੱਖਾਂ ਐਤਕੀ ਲੁੱਟੇ ਨੇ ਜਿਹੜੇ ਕਰੋਨਾ ਦੌਰਾਨ। ਸਾਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਸਾਡੇ ਹਰ ਪਿੰਡ ਲਈ ਇੱਕ ਐਂਬੂਲੈਂਸ ਤਾਂ ਜ਼ਰੂਰ ਕੰਪਲਸਰੀ ਹੋਣੀ ਚਾਹੀਦੀ ਹੈ, ਜਿਹੜੀ ਹਾਈਟੈਕ ਹੋਵੇ, ਜਿੱਥੇ ਲੇਟੈਸਟ ਉਹਦੇ ਵਿੱਚ ਸਾਰਾ ਕੁਝ ਮੁਹੱਈਆ ਕਰਵਾਇਆ ਹੋਵੇ, ਉਹ ਜ਼ਰੂਰੀ ਜੇ। ਇਸ ਤੋਂ ਇਲਾਵਾ ਸਾਡੀ ਜਿਹੜੀ ਮੁੱਢਲੀ ਸਾਡੀ ਇਨੀਸ਼ੀਅਲ ਕਹਿ ਲਓ ਕਿ ਮਾਈਨਰ ਸਰਜਰੀਜ਼ ਜਾਂ ਜਿੰਨੇ ਵੀ ਤੁਸੀਂ ਐਮਰਜੈਂਸੀਜ਼, ਐਕਿਊਟ ਮੈਡੀਕਲ ਐਮਰਜੈਂਸੀਜ਼ ਨੇ, ਉਹ ਹਰ ਪਿੰਡ ਵਿੱਚ ਜ਼ਰੂਰ ਉੱਥੇ ਉਸ ਪੱਧਰ ਤੇ ਟੈਕਲ ਹੋਣੀਆਂ ਚਾਹੀਦੀਆਂ। ਡਿਸਪੈਂਸਰੀਜ਼ ਨੂੰ, CHCs ਨੂੰ ਅੱਛੀਆਂ ਬਿਲਡਿੰਗਸ ਦੇ ਵਿੱਚ ਤਬਦੀਲ ਕਰਕੇ ਅੱਛੇ ਗੁਸਲਖਾਨੇ ਦੇਣੇ ਚਾਹੀਦੇ ਨੇ। ਬੈਠਣ ਦੀ ਜ਼ਰੂਰ ਉੱਥੇ ਥਾਂ ਹੋਣੀ ਚਾਹੀਦੀ ਹੈ। ਤੇ ਵੱਡੇ ਹਸਪੀਟਲਸ ਵਿੱਚ ਜਦੋਂ ਰੈਫਰਲ ਹੋਣ ਤੋਂ ਪਹਿਲਾਂ ਪ੍ਰੋਪਰ ਤਰੀਕੇ ਹਰ CHC ਵਿੱਚੋਂ ਵੀ, ਹਰ PHC ਵਿੱਚੋਂ ਵੀ ਸਾਡੀ ਜੋ ਕਿ ਟੈਲੀਕਮਿਊਨੀਕੇਸ਼ਨ ਰਾਹੀਂ ਅਸੀਂ ਜ਼ਰੂਰ ਇਹ ਗੱਲ ਹੋ ਜਾਣੀ ਚਾਹੀਦੀ ਹੈ। ਤੇ ਇੱਕ ਇੰਪੋਰਟੈਂਟ ਚੀਜ਼ ਹੈ, ਪਿੰਡ ਤੋਂ ਜੇ ਪਹੁੰਚਣਾ ਐਮਰਜੈਂਸੀ ਦੇ ਵਿੱਚ, ਉੱਥੇ ਆਨਲਾਈਨ ਰਜਿਸਟ੍ਰੇਸ਼ਨ ਪਹਿਲਾਂ ਹੀ ਹੋਣੀ ਚਾਹੀਦੀ ਹੈ ਕਿ ਅਸੀਂ ਇਹ ਸੀਰੀਅਸ ਪੇਸ਼ੈਂਟ ਭੇਜ ਰਹੇ ਹਾਂ, ਇਹਦੀ ਪਹਿਲਾਂ ਹੀ ਤਿਆਰੀ ਹੋਵੇ ਤਾਂ ਕਿ ਉਸੇ ਵੇਲੇ ਇਹ ਸਭ ਕੁਝ ਮੈਨੇਜ ਹੋ ਸਕੇ। ਫਿਰ ਸਾਡੇ ਹਸਪੀਟਲਸ ਦੇ ਵਿੱਚ ਉਹ ਚੀਜ਼ਾਂ ਨਹੀਂ ਹਨ ਜਿਹੜਾ ਬੇਸਿਕ ਸਟਰਕਚਰ ਕਿਸੇ ਨੂੰ ਟਰਸ਼ਰੀ ਹਸਪੀਟਲ ਵਜੋਂ ਮੰਨਿਆ ਜਾਂਦਾ ਹੋਵੇ। ਇਹੋ ਜਿਹੀਆਂ ਸਹੂਲਤਾਂ ਜੇ ਨਹੀਂ ਦਿੱਤੀਆਂ ਗਈਆਂ, ਫਾਈਨੈਂਸ਼ੀਅਲ ਸਾਡੀ ਕਾਫੀ ਕ੍ਰਾਂਚ ਅਸੀਂ ਡੀਲ ਕਰ ਰਹੇ ਹਾਂ। ਤੇ ਫਿਰ ਉਹਦੇ ਨਾਲੋਂ ਨਾਲ ਜੋ ਇਸ ਵੇਲੇ ਲੋੜ ਹੈ, ਸਾਡੀਆਂ ANMs ਵਿਚਾਰੀਆਂ ਧੱਕੇ ਹੀ ਖਾ ਰਹੀਆਂ ਨੇ। ਸੱਚੀ ਦਿਲ ਰੋਂਦਾ ਉਹਨਾਂ ਦੀ ਹਾਲਤ ਵੇਖ ਕੇ। ਸਾਡੀਆਂ ਆਸ਼ਾ ਵਰਕਰ, ਸਾਡੀਆਂ LHVs ਜਿਨ੍ਹਾਂ ਨੇ ਬੇਸਿਕ ਸਟਰਕਚਰ, ਸਾਡੀਆਂ ਨੀਹਾਂ ਨੇ ਜੋ ਪਿੰਡਾਂ ਦੇ ਵਿੱਚੋਂ ਸਾਰਾ ਕੁਝ ਸਾਂਭਦੀਆਂ ਨੇ, ਉਹਨਾਂ ਨਾਲ ਜਿਸ ਤਰੀਕੇ ਦਾ ਧੱਕਾ ਹੋ ਰਿਹਾ ਹੈ ਤਾਂ ਸੱਚਮੁੱਚ ਦਿਲ ਰੋਂਦਾ ਹੈ। ਸੋ ਉਹਨਾਂ ਨੂੰ ਜਦ ਤੱਕ ਮਜ਼ਬੂਤ ਨਹੀਂ ਕਰਾਂਗੇ, ਉਹਨਾਂ ਦੀਆਂ ਤਨਖਾਹਾਂ ਨਹੀਂ ਵਧਾਵਾਂਗੇ, ਉਹਨਾਂ ਨੂੰ ਆਪਣਾ ਘਰ-ਬਾਰ ਸਾਂਭਣ ਦੇ ਨਾਲ ਉਹਨਾਂ ਨੇ ਪੂਰਾ ਸਿਹਤ ਮਹਿਕਮੇ ਦੀ ਜੋ ਅਸਲ ਨੀਂਹ ਨੇ ਉੱਥੋਂ ਕੰਮ ਸ਼ੁਰੂ ਹੋਣਾ। ਸੋ ਉਹਨਾਂ ਦਾ ਖਿਆਲ ਜ਼ਰੂਰ ਰੱਖਣ ਦੀ ਲੋੜ ਹੈ। ਤੇ ਇਹ ਸਾਰਾ ਜੇ ਅਸੀਂ ਇਕਜੁੱਟ ਹੋ ਕੇ ਆਵਾਜ਼ ਚੁੱਕ ਲਈ, ਹੈਲਥ ਸਿਸਟਮ ਲਈ ਇੱਕ ਤਾਂ ਹਰ ਪਾਰਟੀ ਨੂੰ ਪੱਕਾ ਕਿਹਾ ਜਾਵੇ ਕਿ 5% GDP ਦਾ ਤੁਸੀਂ ਸਟੇਟ ਲੈਵਲ ਦਾ ਜਦ ਤੱਕ ਨਹੀਂ ਰੱਖਦੇ, ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਤੁਸੀਂ ਕਿਸੇ ਪਾਸਿਓਂ ਹੈਲਥ ਸਟਰਕਚਰ ਇਹਨੂੰ ਕਰ ਸਕਦੇ ਹੋ। ਸਿਰਫ ਇਹ ਵਾਅਦਿਆਂ ਨਾਲ ਕਿ ਅਸੀਂ ਮੈਡੀਕਲ ਕਾਲਜ ਬਣਾ ਦੇਵਾਂਗੇ, ਭਾਈ ਇਹ ਤਾਂ ਟੋਟਲ ਫਜ਼ੂਲ ਜਿਹੀ ਗੱਲ ਹੈ ਜਦ ਤੱਕ ਤੁਹਾਡੇ ਕੋਲ ਬੇਸਿਕ ਸਟਰਕਚਰ ਹੀ ਨਹੀਂ ਹੈਗਾ। ਬਿਲਕੁਲ ਉਸ ਨੂੰ ਠੀਕ ਕਰਨ ਦੀ ਲੋੜ ਹੈ। ਜੋ ਘੁਣ ਲੱਗਿਆ ਹੋਇਆ ਹੈ ਇਸ ਬੇਸਿਕ ਸਟਰਕਚਰ ਦੇ ਵਿੱਚ, ਉਹਨੂੰ ਠੀਕ ਕਰਨ ਦੀ ਲੋੜ ਹੈ। ਜਿਵੇਂ ਰੋਟੀ, ਕੱਪੜਾ, ਮਕਾਨ ਹਰ ਇਨਸਾਨ ਦੇ ਜਿਉਂਦੇ ਰਹਿਣ ਲਈ ਜ਼ਰੂਰੀ ਹੁੰਦਾ, ਉੱਦਾਂ ਹੀ ਸਿਹਤ, ਸਿੱਖਿਆ ਤੇ ਰੁਜ਼ਗਾਰ, ਇਹ ਵੀ ਬੜੀਆਂ 3 ਜ਼ਰੂਰੀ ਚੀਜ਼ਾਂ ਨੇ। ਤੇ ਸਰਕਾਰਾਂ ਜਾਂ ਪਾਰਟੀਆਂ ਇਹਨਾਂ ਤਿੰਨਾਂ ਦੇ ਉੱਤੇ ਜੇ ਧਿਆਨ ਦੇ ਲੈਣ ਤਾਂ ਸ਼ਾਇਦ ਸਾਡਾ ਪੰਜਾਬ ਪਹਿਲਾਂ ਵਾਲਾ ਇੱਕ ਆਤਮ ਨਿਰਭਰ ਸੂਬਾ ਬਣ ਸਕਦਾ ਹੈ। ਇੱਕ ਬਹੁਤ ਇੰਪੋਰਟੈਂਟ ਚੀਜ਼, ਕਿਉਂਕਿ ਸਾਡਾ ਸਿਰਫ ਇੱਕ ਇਲਾਜ ਨਹੀਂ ਹੁੰਦਾ, ਮੈਡੀਕਲ ਜਿਹੜੀ ਸਹੂਲਤਾਂ ਨੇ ਉਹਨਾਂ 'ਚ ਇੱਕ ਬਹੁਤ ਇੰਪੋਰਟੈਂਟ ਇਸ਼ੂ ਜੇ ਪ੍ਰੀਵੈਂਸ਼ਨ। ਉਹਦਾ ਮਤਲਬ ਹੈ ਕਿ ਕੀ ਸਾਡੀਆਂ ਜਿਹੜੀਆਂ 80% ਬਿਮਾਰੀਆਂ ਪਾਣੀ ਰਾਹੀਂ ਹੁੰਦੀਆਂ ਨੇ, ਕਿ ਸਾਫ਼ ਪਾਣੀ ਸਾਰੇ ਥਾਂ ਤੇ ਮੁਹੱਈਆ ਹੋਇਆ, ਬਹੁਤ ਜ਼ਰੂਰੀ ਹੈ। ਕਿ ਸੀਵਰੇਜ ਦਾ ਸਾਰਾ ਸਿਸਟਮ ਠੀਕ ਹੈ, ਜੇ ਨਹੀਂ ਹੈ ਤਾਂ ਉਹ ਸਭ ਤੋਂ ਪਹਿਲਾਂ ਬਿਮਾਰੀ ਦਾ ਕਾਰਨ ਜੇ। ਜਿਨ੍ਹਾਂ ਨੇ ਤੁਹਾਨੂੰ ਹੈਪੇਟਾਈਟਸ B ਵੀ ਦੇਣਾ, ਹੈਪੇਟਾਈਟਸ C ਵੀ ਦੇਣਾ, ਤੇ TB ਤੋਂ ਲੈ ਕੇ ਅਨੇਕ ਬਿਮਾਰੀਆਂ ਤੁਹਾਨੂੰ ਦੇ ਦੇਣੀਆਂ ਜੇ। ਸੋ ਸਭ ਤੋਂ ਪਹਿਲਾਂ ਸਾਡੀ ਕਿ ਸੋਲਿਡ ਵੇਸਟ ਡਿਸਪੋਜ਼ਲ ਜਾਂ ਲਿਕੁਇਡ ਵੇਸਟ ਡਿਸਪੋਜ਼ਲ ਦੀ ਕੋਈ ਸਕੀਮ ਹੈ, ਪੀਣ ਲਈ ਵਧੀਆ ਪਾਣੀ ਸਾਨੂੰ ਮਿਲ ਰਿਹਾ, ਤੇ ਫਿਰ ਵੈਕਸੀਨੇਸ਼ਨ ਕੀ ਸਾਡੇ ਉੱਥੇ ਸਾਰੇ ਥਾਂ ਤੇ ਹਰ ਤਰ੍ਹਾਂ ਦੀ ਵੈਕਸੀਨ ਅਵੇਲੇਬਲ ਹੈ ਕਿ ਅਸੀਂ ਫ੍ਰੀ ਲਵਾ ਸਕੀਏ, ਕਿ ਅਸੀਂ ਧੱਕੇ ਮੁੱਕੇ ਲਾਂਦੇ ਉੱਥੇ ਖੜੇ ਆ। ਕਿਉਂ ਨਹੀਂ ਸਾਡੇ ਅੱਗੇ ਵੀ ਪੋਲੀਓ ਵੈਕਸੀਨ ਹੁੰਦੇ ਸੀ, ਲੋਕ ਤੁਸੀਂ ਬੱਸ ਸਟੈਂਡਾਂ ਤੇ ਆ ਕੇ ਵੀ ਸਾਰੀਆਂ ਦਿੱਤੀਆਂ ਜਾਂਦੀਆਂ ਸੀ। ਕਿਉਂ ਹੁਣ ਧੱਕੇ ਮੁੱਕੇ ਖਾਂਦੇ ਆ ਉੱਥੇ ਹਮੇਸ਼ਾ, ਇਹ ਅੱਜ ਹੈ ਨਹੀਂ ਅੱਜ ਖਤਮ ਹੈ, ਕਿਉਂ ਇਸ ਤਰ੍ਹਾਂ ਦੀ ਚੀਜ਼? ਫਿਰ ਹੈਲਥ ਸਿਸਟਮ ਕਾਰਪੋਰੇਸ਼ਨ ਬਣਾਇਆ ਗਿਆ ਸੀ ਖਾਸ ਤੌਰ ਤੇ ਇਸ ਚੀਜ਼ ਲਈ, ਜੋ ਪਹਿਲਾਂ ਤੋਂ ਚੱਲਦਾ ਆ ਰਿਹਾ ਜੇ। ਕਿਉਂ ਉਹ ਡਾਵਾਡੋਲ ਹੋ ਗਿਆ, ਜਿਸ ਦੇ ਵਿੱਚ ਅਸੀਂ ਬੇਸਿਕ ਹਰ ਲੈਵਲ ਤੇ ਇੱਕ ਸਪੈਸ਼ਲਿਸਟ ਤੱਕ ਮੁਹੱਈਆ ਕਰਵਾ ਦਿੱਤਾ ਸੀ, ਜਿਹੜਾ ਕਿ ਵੱਖੋ ਵੱਖ ਥਾਂ ਤੇ ਰੈਗੂਲਰ ਜਾ ਕੇ ਉੱਥੇ ਹੀ ਛੋਟੀਆਂ ਮੋਟੀਆਂ ਪ੍ਰੋਬਲਮ ਸੌਰਟ ਆਊਟ ਕਰ ਰਿਹਾ ਸੀ। ਉਹ ਸਾਰਾ ਕੁਝ ਹੀ ਢਾਂਚਾ ਚਰਮਰਾ ਗਿਆ। ਸੋ ਇਸ ਚੀਜ਼ ਲਈ ਸਾਨੂੰ ਬਹੁਤ ਅਹਿਮ ਹੈ ਕਿ ਅਸੀਂ ਜਿਤਾ ਕੇ ਉਹਨਾਂ ਨੂੰ ਸੀਟਾਂ ਤੇ ਤਾਂ ਬਿਠਾ ਦੇਾਂਗੇ,
ਪਰ ਸਾਡੇ ਕੈਂਸਰ ਦੇ ਮਰੀਜ਼ ਆਖਰ ਕਦੋਂ ਤੱਕ ਬੀਕਾਨੇਰ ਜਾਂਦੇ ਧੱਕੇ ਖਾਂਦੇ ਰਹਿਣਗੇ? ਕਿਉਂ ਨਹੀਂ ਅਸੀਂ ਇੱਥੇ ਸਾਰਾ ਕੁਝ ਪ੍ਰੋਵਾਈਡ ਕਰ ਸਕਦੇ? ਇਹ ਬਹੁਤ ਅਹਿਮ ਮੁੱਦੇ ਨੇ। ਬਿਲਕੁਲ ਬਿਲਕੁਲ ਬਹੁਤ ਅਹਿਮ ਨੇ। ਔਰ ਸਭ ਤੋਂ ਅਹਿਮ ਜੋ ਡਾਕਟਰ ਸਾਹਿਬ ਨੇ ਦੱਸਿਆ ਕਿ ਬੇਸਿਕ ਸਹੂਲਤਾਂ, ਸਾਫ਼ ਪਾਣੀ ਅਤੇ ਸੀਵਰੇਜ ਦੀ ਸਹੀ ਜਿਹੜੀ ਵਿਵਸਥਾ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ ਬਿਮਾਰੀਆਂ ਸਾਨੂੰ ਲੱਗਣ ਹੀ ਨਾ। ਔਰ ਡਾਕਟਰ ਸਾਹਿਬ ਮੈਨੂੰ ਲੱਗਦਾ ਕਿ ਕੋਈ ਐਡੀ ਵੱਡੀ ਆਪਾਂ ਇਹ ਨਹੀਂ ਕਿ ਅਸਮਾਨ ਤੋਂ ਤਾਰੇ ਤੋੜ ਕੇ ਲਿਆਉਣ ਵਾਲੀ ਕੋਈ ਗੱਲ ਹੈ। ਕਰਨਾ ਚਾਹਣ ਤਾਂ ਸਰਕਾਰਾਂ ਬਹੁਤ ਚੰਗੇ ਤਰੀਕੇ ਨਾਲ ਇਹ ਕਰ ਸਕਦੀਆਂ ਨੇ। ਇਹਨਾਂ ਟੈਕਸ ਦਿੰਨੇ ਆ ਅਸੀਂ ਇੱਕ ਮਿਨਿਸਟਰੀ ਦੀ, ਜੇ ਉਹਨਾਂ ਦੇ ਤੁਸੀਂ ਗਿਣ ਲਓ ਨਾ ਵੀ ਉਹਨਾਂ ਦੇ ਸਕੱਤਰ ਸਾਹਿਬਾਨ ਦੀ ਤੇ ਮੰਤਰੀ ਸਾਹਿਬਾਨ ਦੇ ਸਿਰਫ ਇੰਨਿਆਂ ਦੇ ਟੈਲੀਫੋਨ ਦੇ ਬਿੱਲਾਂ ਦੀ, ਬਿਲਕੁਲ ਇਹਨਾਂ ਦੇ ਕਾਰਾਂ ਦੇ ਖਰਚਿਆਂ ਦੀ, ਤੇ ਉਹਨਾਂ ਦੇ ਜਿਹੜੇ ਰੱਖੇ ਨੇ ਅਰਦਲੀ ਆਲੇ ਦੁਆਲੇ ਸਲਾਮਾਂ ਮਾਰਨ ਲਈ, ਬਸ ਸਿਰਫ ਉਹਨਿਆਂ ਦਾ ਇੱਕ ਮੰਤਰਾਲੇ ਦੀ ਗੱਲ ਕਰ ਰਹੇ। ਜੇ ਖਰਚਾ ਕੱਢ ਲਓ ਤਾਂ ਤੁਸੀਂ ਪੰਜਾਬ ਦੀਆਂ ਸਾਰੀਆਂ CHCs ਨੂੰ ਵੈਲ ਮੇਨਟੇਨ ਕਰ ਸਕਦੇ ਹੋ। ਅੰਦਾਜ਼ਾ ਲਾ ਲਓ ਕਿ ਅਸੀਂ ਕਿੱਥੇ ਖੜੇ ਹਾਂ। ਬਿਲਕੁਲ। ਸੋ ਡਾਕਟਰ ਸਾਹਿਬ ਨੇ ਇਹ ਇੱਕ ਤਰੀਕਾ ਵੀ ਦੱਸ ਦਿੱਤਾ ਹੈਗਾ ਕਿ ਬਹੁਤ ਹੀ ਸੌਖਾ ਤੇ ਚੰਗਾ ਤਰੀਕਾ ਹੈ ਜੇ ਕਰਨ ਤੇ ਆਉਣ, ਜੇ ਸਿਆਸਤਦਾਨ ਇਮਾਨਦਾਰ ਹੋਣ, ਸੱਚਮੁੱਚ ਪੰਜਾਬ ਦੇ ਪਹਿਰੇਦਾਰ ਬਣ ਕੇ ਕੰਮ ਕਰਨਾ ਚਾਹੁੰਦੇ ਹੋਣ ਤਾਂ ਕੀ ਨਹੀਂ ਹੋ ਸਕਦਾ, ਸਭ ਕੁਝ ਹੋ ਸਕਦਾ ਹੈ। ਤੇ ਲੋਕ ਫਿਰ ਸ਼ਾਇਦ ਕੰਪੇਅਰ ਕਰਨ ਲੱਗ ਜਾਣਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਅੱਜ ਯਾਦ ਕਰਦੇ ਨੇ ਲੋਕ। ਤੇ ਉਦੋਂ ਡਾਕਟਰ ਸਾਹਿਬ ਇਤਿਹਾਸ ਜਦੋਂ ਪੜ੍ਹਦੇ ਆ ਪਤਾ ਲੱਗਦਾ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੁਨੀਆ ਤੋਂ ਚਲੇ ਗਏ ਸੀ ਤਾਂ ਉਹਨਾਂ ਦੇ ਖਜ਼ਾਨੇ ਦੇ ਵਿੱਚ ਇੰਨਾ ਪੈਸਾ ਹੈਗਾ ਸੀ ਕਿ ਅਗਲੇ 12 ਸਾਲਾਂ ਤੱਕ ਉਹ ਤਨਖਾਹਾਂ ਦੇ ਸਕਦੇ ਸੀਗੇ ਪੂਰੇ ਪੰਜਾਬ ਦੇ ਕਰਮਚਾਰੀਆਂ ਨੂੰ। ਇੰਨਾ ਉਹਨਾਂ ਨੇ ਇੱਕ ਮਤਲਬ ਖਜ਼ਾਨੇ ਨੂੰ ਯੋਗ ਬਣਾਇਆ ਹੋਇਆ ਸੀ। ਅੱਜ ਦੇ ਦਿਨ ਵੀ ਸਿਰਫ ਇੱਕ ਪੁਆਇੰਟ ਹੀ, ਇਹ ਸਾਰੇ ਹੀ ਛੱਡ ਦੇਣ ਨਾ ਤੇ ਮੇਰੀ ਬੇਨਤੀ ਹੈ ਵੀ ਇੱਕੋ ਹੀ ਪੁਆਇੰਟ ਤੇ ਅੜ ਜਾਓ ਵੀ ਜਿਸਨੇ ਜਿੱਤਣਾ ਜੇ ਕੰਪਲਸਰੀ ਕਰ ਦਿਓ ਵੀ ਆਪਣਾ ਤੇ ਆਪਣੇ ਟੱਬਰ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਹੀ ਕਰਵਾਓਗੇ। ਬਸ ਤੁਸੀਂ ਫਿਰ ਅਗਲੇ ਦਿਨ ਤੋਂ ਹੀ ਦੇਖ ਲਿਓ ਕਿਵੇਂ ਤਬਦੀਲੀ ਆਉਂਦੀ। ਜੀ ਬਿਲਕੁਲ। ਸੋ ਸਾਰੇ ਯਾਦ ਰੱਖਿਓ ਇਹਨਾਂ ਪੁਆਇੰਟਸ ਨੂੰ ਕਿ ਜਦੋਂ ਲੀਡਰ ਆਉਣ ਤਾਂ ਤੁਸੀਂ ਜ਼ਰੂਰ ਗੱਲ ਕਰਿਓ। ਸਿਹਤ ਬਹੁਤ ਜ਼ਰੂਰੀ ਹੁੰਦੀ ਹੈ, ਸਿਹਤ ਹੈ ਤਾਂ ਹੀ ਸਭ ਕੁਝ ਹੈ। ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਤੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਕੱਲ ਨੂੰ ਅਗਲੇ ਐਪੀਸੋਡ ਦੇ ਵਿੱਚ ਮੈਨੀਫੈਸਟੋ ਦੇ ਹੋਰ ਵਰਗ ਦੇ ਨਾਲ ਕੀਤੇ ਵਾਅਦਿਆਂ ਦੀ ਆਪਾਂ ਚੀਰਫਾੜ ਕਰਾਂਗੇ। ਧੰਨਵਾਦ।